ਰਾਗ ਮਾਰੂ ਰਾਗ ਮਾਰੂ ਸੋਲ ਹੈ महला पंजवा। एको सतगुर प्रसाद आद निरंजन प्रभ निरंकार सब मह वर्तै आप निरारा। ਅੱਜ ਮੈਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਬਾਣੀ ਲੈ ਰਿਹਾ ਹਾਂ। ਮੁਕਤ ਮਹਾਤਮਾ ਦੇ ਬਾਣੀ ਲੈਣ ਤੋਂ ਮੇਰਾ ਕੇਵਲ ਇਤਨਾ ਹੀ ਭਾਵ ਹੈ ਕਿ ਹਰ ਇੱਕ ਮਹਾਤਮਾ ਦਾ ਇੱਕੋ ਹੀ ਸੰਦੇਸ਼ ਹੈ, ਹਰ ਇੱਕ ਮਹਾਤਮਾ ਦਾ ਇੱਕੋ ਹੀ ਉਪਦੇਸ਼ ਹੈ। ਮੈਂ ਹਮੇਸ਼ਾ ਅਰਜ਼ ਕਰਦਾ ਹਾਂ ਕਿ ਮਹਾਤਮਾ ਕਿਸੇ ਕੌਮ, ਕਿਸੇ ਮਜ਼ਹਬ, ਕਿਸੇ ਮੁਲਕ, ਕਿਸੇ ਵਕਤ ਅੰਦਰ ਕਿਉਂ ਨਾ ਹੋਣ, ਹਰ ਇੱਕ ਮਹਾਤਮਾ ਸਾਨੂੰ ਪਰਮਾਤਮਾ ਦੇ ਭਗਤੀ ਕਰਨ ਦਾ ਇੱਕੋ ਹੀ ਤਰੀਕਾ ਔਰ ਸਾਧਨ ਸਮਝਾਉਂਦਾ ਹੈ। ਦੁਨੀਆ ਅੰਦਰ ਕਦੇ ਕੋਈ ਮਹਾਤਮਾ ਨਾ ਕੌਮ ਬਣਾਉਣ ਆਉਂਦਾ ਹੈ, ਨਾ ਮਜ਼ਹਬ ਬਣਾਉਣ ਆਉਂਦਾ ਹੈ, ਨਾ ਕੋਈ ਦੁਨੀਆ ਅੰਦਰ ਕੌਮਾਂ, ਮਜ਼ਹਬਾਂ, ਮੁਲਕਾਂ ਦਾ ਝਗੜਾ ਖੜਾ ਕਰਨ ਵਾਸਤੇ ਆਉਂਦੇ ਹਨ। ਉਹ ਕੇਵਲ ਸਾਡੇ ਅੰਦਰ ਮਾਲਿਕ ਦੇ ਮਿਲਣ ਦਾ ਸ਼ੌਕ ਔਰ ਪਿਆਰ ਪੈਦਾ ਕਰਦੇ ਹਨ, ਸਾਨੂੰ ਤਰੀਕਾ ਔਰ ਸਾਧਨ ਸਮਝਾਉਂਦੇ ਹਨ ਤਾਂ ਕਿ ਅਸੀਂ ਪਰਮਾਤਮਾ ਦੀ ਭਗਤੀ ਕਰਕੇ ਦੇਹ ਦੀਆਂ ਬੰਧਨਾਂ ਤੋਂ, ਮਰਨ ਜੰਮਣ ਦੇ ਦੁੱਖਾਂ ਤੋਂ ਹਮੇਸ਼ਾ ਵਾਸਤੇ ਛੁਟਕਾਰਾ ਹਾਸਲ ਕਰ ਸਕੀਏ। ਇਹ ਜਿਤਨੇ ਵੀ ਆਪਣੇ ਮਜ਼ਹਬ ਹਨ, ਇਹਨਾਂ ਦੇ ਸਭ ਦੇ ਰਸਮੋ ਰਿਵਾਜ, ਰਹਿਣ ਸਹਿਣ ਦਾ ਤਰੀਕਾ, ਸ਼ਰੀਅਤ ਕਹਿ ਲਓ, ਆਪੋ ਆਪਣੀ ਹੈ, ਜਿਹੜੀ ਕਿ ਅਸੀਂ ਮਹਾਤਮਾ ਦੇ ਜਾਣ ਤੋਂ ਬਾਅਦ ਆਪਣੀ ਜ਼ਰੂਰਤ ਦੇ ਮੁਤਾਬਕ ਰਸਮੋ ਰਿਵਾਜ ਪੈਦਾ ਕੀਤੇ ਹੋਏ ਹਨ। ਲੇਕਿਨ ਜਿਹੜੀ ਰੂਹਾਨੀਅਤ ਹੈ, ਅਸਲੀਅਤ ਹੈ, ਹਕੀਕਤ ਹੈ, ਐਸੈਂਸ ਆਫ ਟਰੁਥ ਹੈ, ਬੇਸ ਆਫ ਸਪਿਰਚੁਅਲਿਟੀ ਹੈ, ਉਹ ਹਰ ਇੱਕ ਮਜ਼ਹਬ ਦੇ ਤਹਿ ਦੇ ਅੰਦਰ ਇੱਕੋ ਹੀ ਚੀਜ਼ ਹੁੰਦੀ ਹੈ। ਮਹਾਤਮਾ ਕੇਵਲ ਦੁਨੀਆ ਅੰਦਰ ਆ ਕੇ ਉਸ ਰੂਹਾਨੀਅਤ ਦਾ ਪ੍ਰਚਾਰ ਕਰਦੇ ਹਨ, ਕਿਉਂਕਿ ਜਿਤਨਾ ਅਰਸਾ ਅਸੀਂ ਉਸ ਰੂਹਾਨੀਅਤ ਦੇ ਰੰਗ ਵਿੱਚ ਨਹੀਂ ਰੰਗੇ ਜਾਵਾਂਗੇ, ਬੇਸ਼ੱਕ ਕਿਸੇ ਕੌਮ ਅੰਦਰ ਆਈਏ, ਕਿਸੇ ਮਜ਼ਹਬ ਅੰਦਰ ਆਈਏ, ਕਿਸੇ ਮੁਲਕ ਅੰਦਰ ਆਈਏ, ਸਾਡਾ ਦੇਹ ਦੀਆਂ ਬੰਧਨਾਂ ਤੋਂ ਕਦੇ ਕਿਸੇ ਹਾਲਤ ਅੰਦਰ ਛੁਟਕਾਰਾ ਨਹੀਂ ਹੋ ਸਕਦਾ। ਉਸ ਰੂਹਾਨੀਅਤ ਨੂੰ ਮੁਖਤਲਿਫ ਮਹਾਤਮਾ ਨੇ ਮੁਖਤਲਿਫ ਕੌਮਾਂ, ਮਜ਼ਹਬਾਂ, ਮੁਲਕਾਂ ਅੰਦਰ ਬੈਠ ਕੇ ਮੁਖਤਲਿਫ ਲਫ਼ਜ਼ਾਂ ਦੇ ਜ਼ਰੀਏ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਵਕਤ ਰਿਸ਼ੀਆਂ ਮੁਨੀਆਂ ਦੇ ਆਪਾਂ ਵੇਦ ਸ਼ਾਸਤਰ ਪੜ੍ਹਦੇ ਹਾਂ, ਉਹਨਾਂ ਨੇ ਉਸ ਨੂੰ ਆਕਾਸ਼ ਬਾਣੀ, ਰਾਮ ਨਾਮ, ਰਾਮ ਤੁਲ, ਨਿਰਮਲ ਨਾਦ, ਦਿਵੀ ਧੁਨੀ, ਹੋਰ ਕਈ ਲਫ਼ਜ਼ਾਂ ਨਾਲ ਯਾਦ ਕੀਤਾ ਹੈ। ਜਿਸ ਵਕਤ ਅਸੀਂ ਕ੍ਰਾਈਸਟ ਦਾ ਕਲਾਮ ਪੜ੍ਹਦੇ ਹਾਂ, ਉਸਨੇ ਵਰਡ, ਲੋਗਾਸ, ਨੇਮ, ਸਪਿਰਿਟ, ਹੋਲੀ ਗੋਸਟ ਜਾਂ ਹੋਰ ਕਈ ਲਫ਼ਜ਼ਾਂ ਨਾਲ ਯਾਦ ਕੀਤਾ ਹੈ। ਮੁਹੰਮਦ ਸਾਹਿਬ ਨੇ ਜਾਂ ਮੁਸਲਮਾਨ ਫਕੀਰਾਂ ਨੇ ਉਸੇ ਰੂਹਾਨੀਅਤ ਨੂੰ ਕਲਮਾ, ਬਾਂਗੇ ਇਲਾਹੀ, ਕਲਾਮੇ ਇਲਾਹੀ, ਨਦਾਏ ਸੁਲਤਾਨੀ, ਸੁਲਤਾਨ ਉਸਕਾਰ, ਹੋਰ ਕਈ ਲਫ਼ਜ਼ਾਂ ਨਾਲ ਯਾਦ ਕੀਤਾ ਹੈ। ਆਮ ਸੰਤਾਂ ਮਹਾਤਮਾ ਨੇ ਸ਼ਬਦ ਔਰ ਨਾਮ ਹੀ ਕਹਿ ਕੇ ਯਾਦ ਕੀਤਾ ਹੈ। ਗੁਰੂ ਘਰ ਨੇ ਉਸੇ ਨੂੰ ਗੁਰ ਕੀ ਬਾਣੀ, ਤੁਰ ਕੀ ਬਾਣੀ, ਸੱਚੀ ਬਾਣੀ, ਅਮਰ ਹੁਕਮ ਅਕਤ ਕਰਾ, ਹਰੀ ਕੀਰਤਨ ਵੀ ਕਹਿ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਤਨਾ ਅਰਸਾ ਅਸੀਂ ਇਸ ਰੂਹਾਨੀਅਤ ਦੇ ਰੰਗ ਵਿੱਚ ਨਹੀਂ ਰੰਗੇ ਜਾਂਦੇ, ਸਾਡਾ ਦੇਹ ਦੀਆਂ ਬੰਧਨਾਂ ਤੋਂ ਕਦੇ ਛੁਟਕਾਰਾ ਨਹੀਂ ਹੋ ਸਕਦਾ। ਰੂਹਾਨੀਅਤ ਦਾ ਸ਼ਰੀਅਤ ਦੇ ਨਾਲ ਇਸੇ ਤਰ੍ਹਾਂ ਦਾ ਤਲਕ ਹੈ ਜਿਸ ਤਰ੍ਹਾਂ ਇੱਕ ਖੂਬਸੂਰਤ ਫੋਟੋ ਜਾਂ ਪੇਂਟਿੰਗ ਦਾ ਫੋਟੋ ਫਰੇਮ ਦੇ ਨਾਲ ਹੁੰਦਾ ਹੈ। ਅਸੀਂ ਸਮਝਦੇ ਹਾਂ ਕੀਮਤ ਫੋਟੋ ਦੀ ਹੈ, ਖੂਬਸੂਰਤੀ ਫੋਟੋ ਦੀ ਹੁੰਦੀ ਹੈ, ਫਰੇਮ ਤਾਂ ਉਸ ਨੂੰ ਸੰਭਾਲ ਕੇ ਰੱਖਣ ਵਾਸਤੇ ਜ਼ਰੂਰਤ ਪੈਂਦੀ ਹੈ। ਜਿਸ ਤਰ੍ਹਾਂ ਕੀਮਤੀ ਜ਼ੇਵਰ ਦਾ ਜ਼ੇਵਰਾਂ ਦੇ ਡੱਬੇ ਦੇ ਨਾਲ ਹੁੰਦਾ ਹੈ, ਖਾਲੀ ਡੱਬਿਆਂ ਨੂੰ ਕੋਈ ਸੇਫਾਂ ਵਿੱਚ ਬੰਦ ਕਰਕੇ ਨਹੀਂ ਰੱਖਦਾ, ਉਹ ਡੱਬੇ ਤਾਂ ਸਿਰਫ ਕੀਮਤੀ ਜ਼ੇਵਰਾਂ ਨੂੰ ਸੰਭਾਲ ਕੇ ਰੱਖਣ ਵਾਸਤੇ ਇਸਤੇਮਾਲ ਕੀਤੇ ਜਾਂਦੇ ਹਨ। ਜਿਸ ਤਰ੍ਹਾਂ ਇੱਕ ਤਲਵਾਰ ਦਾ ਮਿਆਨ ਦੇ ਨਾਲ ਰਿਸ਼ਤਾ ਹੁੰਦਾ ਹੈ, ਕੰਮ ਤਲਵਾਰ ਦਿੰਦੀ ਹੈ, ਮਿਆਨ ਤਾਂ ਸੰਭਾਲ ਕੇ ਰੱਖਣ ਵਾਸਤੇ ਹੁੰਦੀ ਹੈ। ਇਸੇ ਤਰ੍ਹਾਂ ਜਿਹੜੀ ਅਸਲੀਅਤ ਹੈ, ਅਸਲ ਚੀਜ਼ ਹੈ, ਉਹ ਰੂਹਾਨੀਅਤ ਹੈ। ਸੋ ਇਸ ਵਾਸਤੇ ਮਹਾਤਮਾ ਕੇਵਲ ਉਸ ਰੂਹਾਨੀਅਤ ਦਾ ਹੀ ਪ੍ਰਚਾਰ ਕਰਦੇ ਹਨ।
ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਆਹਿਸਤਾ ਆਹਿਸਤਾ ਅਸੀਂ ਉਹਨਾਂ ਦੇ ਉਪਦੇਸ਼ ਤੋਂ ਬਹੁਤ ਦੂਰ ਨਿਕਲ ਜਾਂਦੇ ਹਾਂ, ਬਾਹਰ ਮੁਖੀ ਹੋ ਜਾਂਦੇ ਹਾਂ, ਕਰਮ ਕਾਂਡ ਵਿੱਚ ਫਸ ਜਾਂਦੇ ਹਾਂ। ਅਸਲੀ ਮਹਿਲਿਆਂ ਦੇ ਅੰਦਰ ਮਹਾਤਮਾ ਦੇ ਉਪਦੇਸ਼ ਨੂੰ ਸਮਝਣ ਦੀ ਬਜਾਏ ਕਦੇ ਉਹਨਾਂ ਦੀਆਂ ਖੜਾਵਾਂ ਨੂੰ ਮੱਥਾ ਟੇਕਣਾ ਮੁਕਤੀ ਸਮਝ ਲੈਂਦੇ ਹਾਂ, ਕਦੇ ਸਮਾਧਾਂ ਬਣਾ ਕੇ ਉੱਥੇ ਮੱਥੇ ਰਗੜਨੇ ਸ਼ੁਰੂ ਕਰ ਦਿੰਦੇ ਹਾਂ, ਕਦੇ ਬੁੱਤ ਬਣਾ ਕੇ ਜਾਂ ਤਸਵੀਰਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਹਾਂ, ਕਦੇ ਉੱਥੇ ਸਰੋਵਰ ਬਣਾ ਕੇ ਇਸ਼ਨਾਨ ਕਰਨਾ ਮੁਕਤੀ ਦਾ ਸਾਧਨ ਸਮਝ ਲੈਂਦੇ ਹਾਂ, ਕਦੇ ਉਹਨਾਂ ਦੀ ਯਾਦ ਵਿੱਚ ਤੀਰਥ ਬਣਾ ਕੇ ਉੱਥੇ ਜਾਣਾ ਹੀ ਮੁਕਤੀ ਸਮਝ ਲੈਂਦੇ ਹਾਂ, ਕਦੇ ਉਹਨਾਂ ਦੀ ਲਿਖਤਾਂ ਨੂੰ ਪੜ੍ਹਨਾ ਪੜ੍ਹਾਉਣਾ ਮੁਕਤੀ ਸਮਝ ਕੇ ਬੈਠ ਜਾਂਦੇ ਹਾਂ, ਕਦੇ ਉਹਨਾਂ ਜਗ੍ਹਾ ਦੇ ਖੂਹਾਂ ਦੇ ਪਾਣੀ ਪੀਣ ਨੂੰ ਮੁਕਤੀ ਸਮਝ ਲੈਂਦੇ ਹਾਂ, ਕਦੇ ਉਹਨਾਂ ਦੇ ਮੰਜਿਆਂ ਦੇ ਪਾਵਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹਾਂ, ਕਦੇ ਉਹਨਾਂ ਦੇ ਫਰਨੀਚਰ ਜਾਂ ਕੋਠੀਆਂ ਦੇ ਚੱਕਰ ਮਾਰਨੇ ਸ਼ੁਰੂ ਕਰ ਦਿੰਦੇ ਹਾਂ। ਜੋ ਉਹਨਾਂ ਮਹਾਤਮਾ ਦਾ ਅਸਲੀ ਉਪਦੇਸ਼ ਸੀ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਨੇ, ਉਸ ਚੀਜ਼ ਨੂੰ ਨਾ ਤਾਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਨਾ ਅਸੀਂ ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਅਸੀਂ ਇਤਨੇ ਬਾਹਰ ਮੁਖੀ ਹੋ ਜਾਂਦੇ ਹਾਂ ਕਿ ਸ਼ਰੀਅਤ ਦੇ ਪਾਬੰਦ ਹੋ ਜਾਂਦੇ ਹਾਂ, ਔਰ ਉਹਨਾਂ ਦੇ ਉਪਦੇਸ਼ ਨੂੰ ਕਦੇ ਕੌਮ ਦੀ ਸ਼ਕਲ ਦੇ ਦਿੰਦੇ ਹਾਂ, ਕਦੇ ਮਜ਼ਹਬ ਦੀ ਸ਼ਕਲ ਦੇ ਦਿੰਦੇ ਹਾਂ, ਕਦੇ ਮੁਲਕ ਦੀ ਸ਼ਕਲ ਦੇ ਦਿੰਦੇ ਹਾਂ, ਔਰ ਇੱਕ ਦੂਸਰੇ ਨਾਲ ਲੜਨਾ ਪਿੜਨਾ ਸ਼ੁਰੂ ਕਰ ਦਿੰਦੇ ਹਾਂ। ਕਿਸ ਵਾਸਤੇ? ਆਪਣੇ ਪੇਟ ਦੀ ਖਾਤਰ, ਆਪਣੀ ਇੱਜ਼ਤ ਔਰ ਮਾਨ ਵਡਿਆਈ ਦੀ ਖਾਤਰ। ਤੁਸੀਂ ਦੇਖੋ, ਜਿਨ੍ਹਾਂ ਮਹਾਤਮਾ ਦਾ ਉਪਦੇਸ਼ ਕੁਲ ਆਲਮ ਦੇ ਵਾਸਤੇ ਹੁੰਦਾ ਹੈ, ਅਗਰ ਕੋਈ ਉਹਨਾਂ ਦੇ ਉਪਦੇਸ਼ ਨੂੰ ਛੋਟੇ ਛੋਟੇ ਦਾਇਰਿਆਂ ਅੰਦਰ ਬੰਦ ਕਰਨ ਦੀ ਕੋਸ਼ਿਸ਼ ਕਰਦਾ ਹੈ, ਤੁਸੀਂ ਖੁਦ ਸੋਚ ਲਓ ਇਸ ਤੋਂ ਜ਼ਿਆਦਾ ਉਸ ਮਹਾਤਮਾ ਦੇ ਨਾਲ ਅਸੀਂ ਆਪਾਂ ਹੋਰ ਕੀ ਬੇਇਨਸਾਫੀ ਕਰ ਸਕਾਂਗਾ। ਅਸੀਂ ਅਗਰ ਖੁੱਲੇ ਦਿਲ ਦੇ ਨਾਲ ਅੱਛੀ ਤਰ੍ਹਾਂ ਮਹਾਤਮਾ ਦੇ ਉਪਦੇਸ਼ ਦੀ ਖੋਜ ਕਰੀਏ, ਇਹੋ ਸਮਝ ਆਉਂਦੀ ਹੈ ਕਿ ਹਰ ਇੱਕ ਮਹਾਤਮਾ ਦਾ ਇੱਕੋ ਹੀ ਸੰਦੇਸ਼ ਹੈ, ਹਰ ਇੱਕ ਮਹਾਤਮਾ ਦਾ ਇੱਕੋ ਹੀ ਉਪਦੇਸ਼ ਹੈ। ਸੰਤ ਮਹਾਤਮਾ ਨਾ ਤਾਂ ਸ਼ਰੀਅਤ ਨੂੰ ਖਾਸ ਤੋੜਦੇ ਹਨ, ਨਾ ਹੀ ਇਤਨਾ ਸ਼ਰੀਅਤ ਦੇ ਕੋਈ ਕੈਦੀ ਹੁੰਦੇ ਹਨ, ਕੋਈ ਪਾਬੰਦ ਹੁੰਦੇ ਹਨ। ਇਹੋ ਕਾਰਨ ਹੈ ਕਿ ਮਨਸੂਰ ਨੂੰ ਸ਼ਰੀਅਤ ਵਾਲਿਆਂ ਨੇ ਸੂਲੀ ਤੇ ਝਾੜ ਦਿੱਤਾ, ਕ੍ਰਾਈਸਟ ਨੂੰ ਸੂਲੀ ਤੇ ਚੜ੍ਹਨਾ ਪੈ ਗਿਆ, ਸਰਬਤ ਦਾ ਸਿਰ ਲੈਣਾ, ਸਰਬਤ ਨੂੰ ਆਪਣੀ ਜਾਨ ਦੇਣੀ ਪੈ ਗਈ। ਗੁਰੂ ਸਾਹਿਬ ਦੇ ਦੇਖ ਲਓ, ਕਿਸੇ ਨੂੰ ਤੱਤਿਆਂ ਤਵਿਆਂ ਤੇ ਬਿਠਾਤਾ, ਕਿਸੇ ਦਾ ਸੀਸ ਲੈ ਲਿਆ, ਸ਼ਮਸਤਰੇਜ਼ ਦੀ ਖੱਲ ਲਾ ਦਿੱਤੀ। ਉਹਨਾਂ ਮਹਾਤਮਾ ਦਾ ਕਸੂਰ ਕੀ ਸੀ? ਸ਼ਰੀਅਤ ਬਰਦਾਸ਼ਤ ਕਰ ਹੀ ਨਹੀਂ ਸਕੀ ਕਿ ਉਹ ਰੂਹਾਨੀਅਤ ਨੂੰ, ਉਹਨਾਂ ਦੀ ਰੂਹਾਨੀਅਤ ਨੂੰ ਸਮਝ ਸਕਦੇ। ਇਸ ਵਾਸਤੇ ਸ਼ਰੀਅਤ ਦੀ ਰੂਹਾਨੀਅਤ ਦੀ ਟੱਕਰ ਹੋ ਜਾਂਦੀ ਹੈ, ਔਰ ਉਹਨਾਂ ਮਹਾਤਮਾ ਨੂੰ ਆਪਣੀ ਜਾਨ ਤੱਕ ਕੁਰਬਾਨ ਕਰਨੀ ਪੈਂਦੀ ਹੈ। ਇਹ ਅਗਰ ਅਸੀਂ ਅਨਬਾਇਸਡ ਮਾਈਂਡ ਕਰਕੇ ਉਹਨਾਂ ਦੇ ਮਹਾਤਮਾ ਦੇ ਉਪਦੇਸ਼ ਦੀ ਖੋਜ ਕਰਨ ਦੀ ਕੋਸ਼ਿਸ਼ ਕਰੀਏ, ਸਮਝ ਆਉਂਦੀ ਹੈ ਹਰ ਇੱਕ ਦਾ ਇੱਕੋ ਹੀ ਸੰਦੇਸ਼ ਹੈ, ਇੱਕੋ ਹੀ ਉਪਦੇਸ਼ ਹੈ। ਤੁਹਾਨੂੰ ਪਤਾ ਹੈ, ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਮੇਰਾ ਉਪਦੇਸ਼ 4 ਵਰਨੋਂ ਕੋ ਸਾਂਝਾ। ਹੁਣ ਤੁਸੀਂ ਦੇਖਦੇ ਹੋ, 4 ਵਰਨਾਂ ਦੇ ਅੰਦਰ ਸਭ ਦੁਨੀਆ ਦੀਆਂ ਕੌਮਾਂ ਆ ਜਾਂਦੀਆਂ ਹਨ, ਸਭ ਦੁਨੀਆ ਦੇ ਮਜ਼ਹਬ ਆ ਜਾਂਦੇ ਹਨ, ਸਭ ਦੁਨੀਆ ਦੇ ਇਨਸਾਨ ਆ ਜਾਂਦੇ ਹਨ। ਸੋ ਆਪ ਫਰਮਾਉਂਦੇ ਹਨ, ਆਪ ਦੀ ਜਿਹੜੀ ਤਾਲੀਮ ਹੈ, ਆਪ ਦਾ ਜਿਹੜਾ ਉਪਦੇਸ਼ ਹੈ, ਉਹ ਕਿਸੇ ਖਾਸ ਫਿਰਕੇ ਵਾਸਤੇ ਨਹੀਂ ਹੈ, ਖਾਸ ਮਜ਼ਹਬ ਜਾਂ ਕੌਮ ਵਾਸਤੇ ਨਹੀਂ ਹੈ, ਖਾਸ ਮੁਲਕ ਦੇ ਬਾਸ਼ਿੰਦਿਆਂ ਵਾਸਤੇ ਨਹੀਂ ਹੈ, ਕੁਲ ਆਲਮ ਦੇ ਵਾਸਤੇ ਹੈ, ਸਾਰੀ ਦੁਨੀਆ ਦੇ ਵਾਸਤੇ ਹੈ। ਕਿਉਂ? ਆਪ ਹਰ ਇੱਕ ਨੂੰ ਇੱਕੋ ਜਿਹਾ ਸਮਝਦੇ ਹਨ। ਇਸੇ ਵਾਸਤੇ ਸਮਝਾਉਂਦੇ ਹਨ, ਨਾ ਕੋਈ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਨਾਈ। ਗੁਰੂ ਸਾਹਿਬ ਕਹਿੰਦੇ, ਸਾਡਾ ਦੁਨੀਆ ਅੰਦਰ ਕੋਈ ਦੁਸ਼ਮਣ ਨਹੀਂ ਹੈ, ਸਾਨੂੰ ਦੁਨੀਆ ਅੰਦਰ ਕੋਈ ਬਗਾਨਾ ਜੀਵ ਨਜ਼ਰ ਹੀ ਨਹੀਂ ਆਉਂਦਾ। ਪਰਮਾਤਮਾ ਦੇ ਸਾਰੇ ਬਣਾਏ ਹੋਏ ਜੀਵ ਹਨ, ਇਸ ਵਾਸਤੇ ਸਾਨੂੰ ਸਾਰੇ ਆਪਣੇ ਲੱਗਦੇ ਹਨ, ਆਪ ਹਰ ਇੱਕ ਦੇ ਨਾਲ ਪਿਆਰ ਕਰਦੇ ਹਨ। ਇਸੇ ਵਾਸਤੇ ਬਾਣੀ ਦੁਆਰਾ ਸਮਝਾਉਂਦੇ ਹਨ, ਜੀਆ ਜੰਤ ਸਭ ਤੁਸਦੇ, ਸਭਨਾ ਕਾ ਸੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਗੁਰੂ ਸਾਹਿਬ ਕਹਿੰਦੇ, ਐ ਪਰਮਾਤਮਾ, ਇਹ ਸਭ ਇਨਸਾਨ ਤੋਂ ਖੁਦ ਪੈਦਾ ਕੀਤੇ ਹੋਏ ਹਨ, ਹਰ ਇੱਕ ਦੇ ਅੰਦਰ ਤੋਂ ਖੁਦ ਬੈਠਾ ਹੋਇਆ ਹੈ। ਮੰਦਾ ਔਰ ਬੁਰਾ ਤਾਂ ਮੈਂ ਉਸ ਜੀਵ ਨੂੰ ਜਾਂ ਇਨਸਾਨ ਨੂੰ ਕਹਿ ਸਕਦਾ ਹਾਂ, ਜੇ ਇਹਨੂੰ ਕਿਸੇ ਹੋਰ ਨੇ ਪੈਦਾ ਕੀਤਾ ਹੋਵੇ, ਇਹਦੇ ਅੰਦਰ ਕੋਈ ਹੋਰ ਪਰਮਾਤਮਾ ਰਹਿੰਦਾ ਹੋਵੇ। ਦੇਖੋ ਆਪ ਸਾਡੇ ਖਿਆਲ ਨੂੰ ਕਿਤਨਾ ਉੱਚਾ ਲਿਜਾਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਵਾਸਤੇ ਗੁਰੂ ਘਰ ਨੇ ਮਾਲਕ ਅੱਗੇ ਪ੍ਰਾਰਥਨਾ ਕਰਨੀ ਸਾਨੂੰ ਕੀ ਸਿਖਾਈ ਹੈ? ਤੇਰੇ ਭਾਣੇ ਸਰਬੱਤ ਕਾ ਭਲਾ। ਸੱਚੇ ਦਿਲੋਂ ਮਾਲਕ ਦੇ ਕੋਲੋਂ ਸਾਰੀ ਦੁਨੀਆ ਦਾ ਭਲਾ ਮੰਗਣਾ ਚਾਹੀਦਾ ਹੈ।
ਜਿਹੜਾ ਸਾਰੀ ਦੁਨੀਆ ਦਾ ਭਲਾ ਮੰਗੇਗਾ ਉਹ ਕਿਸੇ ਦੀ ਨਿੰਦਿਆ ਕਿਸ ਤਰ੍ਹਾਂ ਕਰੇਗਾ, ਚੁਗਲੀ ਕਿਸ ਤਰ੍ਹਾਂ ਕਰੇਗਾ, ਕਿਸੇ ਦੇ ਗਲੇ ਕੱਟਣ ਦੀਆਂ ਸਕੀਮਾਂ ਕਿਸ ਤਰ੍ਹਾਂ ਸੋਚੇਗਾ। ਸੋ ਮਹਾਤਮਾ ਤਾਂ ਕੁੱਲ ਆਲਮ ਦੇ ਵਾਸਤੇ ਆਉਂਦੇ ਹਨ, ਸਾਰੀ ਦੁਨੀਆ ਦੇ ਵਾਸਤੇ ਆਉਂਦੇ ਹਨ। ਗੁਰੂ ਘਰ ਦੀ ਬਾਣੀ ਦਾ ਤੁਸੀਂ ਕੋਈ ਸ਼ਬਦ ਲੈ ਕੇ ਦੇਖ ਲਓ, ਪੱਤਰਾ ਪੱਤਰਾ ਤੁਕ ਤੁਕ ਸ਼ਬਦ ਦੀ ਮਹਿਮਾ ਕਰਦੀ ਹੈ, ਨਾਮ ਦੀ ਮਹਿਮਾ ਕਰਦੀ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਆਪ ਨੇ ਨਾਮ ਤੋਂ ਇਲਾਵਾ ਬਾਹਰ ਮੁਖੀ ਸਾਧਨਾ ਦਾ ਬਹੁਤ ਜ਼ਿਆਦਾ ਖੰਡਨ ਕੀਤਾ ਹੈ ਔਰ ਨਾਮ ਦੀ ਕਮਾਈ ਤੇ ਬਹੁਤ ਜ਼ੋਰ ਦਿੱਤਾ ਹੈ, ਲੇਕਿਨ ਨਾਮ ਨੂੰ ਜ਼ਿਆਦਾ ਅੱਛੀ ਤਰ੍ਹਾਂ ਖੋਲ ਕੇ ਨਹੀਂ ਸਮਝਾਇਆ। ਇਸੇ ਵਾਸਤੇ ਕਹਿੰਦੇ ਹਨ, ਨਾਮੇ ਤੁਲ ਨਾ ਪੁੱਜੀ ਸਭ ਡਿੱਠੀ ਠੋਕ ਵਜਾਏ। ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਠੋਕ ਵਜਾ ਕੇ ਆਪਣਾ ਦਾਤੀ ਤਜਰਬਾ ਤੁਹਾਨੂੰ ਸਮਝਾਉਂਦੇ ਹਾਂ ਕਿ ਕੋਈ ਚੀਜ਼ ਕਦੇ ਨਾਮ ਭਗਤੀ ਦਾ ਮੁਕਾਬਲਾ ਨਹੀਂ ਕਰ ਸਕਦੀ। ਔਰ ਇਸੇ ਵਾਸਤੇ ਸਾਨੂੰ ਉਪਦੇਸ਼ ਕਰਦੇ ਹਨ, ਨਾਨਕ ਨਾਮ ਨਾ ਵਿਸਰੇ ਛੂਟੇ ਸ਼ਬਦ ਕਮਾਏ। ਭਰਾਵਾ, ਨਾਮ ਨੂੰ ਕਦੇ ਸੁਪਨੇ ਅੰਦਰ ਵੀ ਵਿਸਾਰਨ ਦੀ ਕੋਸ਼ਿਸ਼ ਨਾ ਕਰੀ। ਜਦੋਂ ਵੀ ਦੇਹ ਦੇ ਬੰਧਨਾਂ ਤੋਂ ਛੁੱਟੇਗਾ, ਕੇਵਲ ਸ਼ਬਦ ਦੀ ਕਮਾਈ ਕਰਕੇ। ਦੂਸਰੀ ਪਾਤਸ਼ਾਹੀ ਨੇ ਨਾਮ ਦੇ ਮੁਤਲਕ ਇਸ਼ਾਰੇ ਆਪਣੀ ਬਾਣੀ ਵਿੱਚ ਕਰ ਦਿੱਤੇ ਕਿ ਗੁਰੂ ਨਾਨਕ ਸਾਹਿਬ ਦਾ ਨਾਮ ਤੋਂ ਕੀ ਮਤਲਬ ਹੈ। ਜਿਸ ਵਕਤ ਲਿਖਦੇ ਹਨ, ਅੱਖਾਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਿਉਂ ਕਸਮੇ ਮਿਲਣਾ। ਆਪ ਸਮਝਾਉਂਦੇ ਹਨ, ਗੁਰੂ ਨਾਨਕ ਸਾਹਿਬ ਨਾਮ ਉਸ ਨੂੰ ਕਹਿੰਦੇ ਹਨ ਜਿਸ ਨੂੰ ਸਾਡੀਆਂ ਅੱਖਾਂ ਕਦੇ ਨਹੀਂ ਦੇਖ ਸਕਦੀਆਂ, ਜਿਸ ਨੂੰ ਸਾਡੀ ਇਹ ਜ਼ੁਬਾਨ ਕਦੇ ਬਿਆਨ ਨਹੀਂ ਕਰ ਸਕਦੀ, ਜਿਸ ਨੂੰ ਸਾਡੇ ਹੱਥ ਕਦੇ ਨਹੀਂ ਲਿਖ ਸਕਦੇ, ਜਿੱਥੇ ਸਾਡੇ ਪੈਰ ਲੈ ਕੇ ਨਹੀਂ ਪਹੁੰਚ ਸਕਦੇ, ਜਿਸ ਚੀਜ਼ ਨੂੰ ਅਸੀਂ ਜੀਂਦੇ ਜੀ ਮਰ ਕੇ ਹਾਸਲ ਕਰਨਾ ਹੈ, ਕਿ ਜਿਸ ਚੀਜ਼ ਨੂੰ ਨਵਾਂ ਦੁਆਰਿਆਂ ਚੋਂ ਖਿਆਲ ਕੱਢ ਕੇ ਅੱਖਾਂ ਪਿੱਛੇ ਲਿਆ ਕੇ ਹਾਸਲ ਕਰਨਾ ਹੈ। ਸੋ ਜਿਸ ਨਾਮ ਦੀ ਗੁਰੂ ਘਰ ਮਹਿਮਾ ਕਰਦਾ ਹੈ, ਉਹ ਦੇਖਣ ਵਿੱਚ ਨਹੀਂ ਆਉਂਦਾ, ਉਹ ਲਿਖਣ ਵਿੱਚ ਨਹੀਂ ਆਉਂਦਾ, ਉਹ ਪੜ੍ਹਨ ਵਿੱਚ ਨਹੀਂ ਆਉਂਦਾ। ਜਿਹੜਾ ਦੇਖਣ ਵਿੱਚ ਨਹੀਂ ਆਉਂਦਾ, ਲਿਖਣ ਵਿੱਚ ਨਹੀਂ ਆਉਂਦਾ, ਪੜ੍ਹਨ ਵਿੱਚ ਨਹੀਂ ਆਉਂਦਾ, ਉੱਥੇ ਜ਼ੁਬਾਨ ਦਾ ਤਾਂ ਕਦੇ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਤੀਸਰੀ ਪਾਤਸ਼ਾਹੀ ਨੇ ਹੋਰ ਅੱਛੀ ਤਰ੍ਹਾਂ ਖੋਲ ਕੇ ਨਾਮ ਦੇ ਮਤਲਬ ਸਮਝਾ ਦਿੱਤਾ, ਸ਼ਰੀਰੋਂ ਬਾਹਰ ਕੋ ਭਾਲਣ ਜਾਏ, ਨਾਮ ਨ ਰਹੇ ਬਹੁਤ ਵਗਾਰ ਦੁਖ ਪਾਏ। ਗੁਰੂ ਸਾਹਿਬ ਕਹਿੰਦੇ, ਜਿਸ ਨਾਮ ਦੀ ਪਿੱਛੇ ਗੁਰੂ ਸਾਹਿਬ ਮਹਿਮਾ ਕਰਦੇ ਆਏ ਹਨ, ਉਹ ਨਾਮ ਤੁਹਾਨੂੰ ਗ੍ਰੰਥਾਂ ਪੋਥੀਆਂ ਚੋਂ ਨਹੀਂ ਮਿਲਣਾ, ਤੁਹਾਨੂੰ ਕਦੇ ਬਾਹਰੋਂ ਨਹੀਂ ਮਿਲਣਾ, ਤੁਹਾਨੂੰ ਸਰੀਰ ਦੇ ਅੰਦਰੋਂ ਮਿਲਣਾ ਹੈ, ਤੁਹਾਨੂੰ ਤੇ ਔਰ ਤੁਹਾਡੇ ਵਜੂਦ ਦੇ ਅੰਦਰੋਂ ਮਿਲਣਾ ਹੈ। ਜਿਸ ਨੂੰ ਮਿਲਿਆ ਅੰਦਰੋਂ ਮਿਲਿਆ ਹੈ, ਔਰ ਜਿਸ ਨੂੰ ਵੀ ਕਦੇ ਮਿਲੇਗਾ ਆਪਣੇ ਅੰਦਰੋਂ ਮਿਲੇਗਾ। ਅੰਦਰੋਂ ਕਦੋਂ ਮਿਲੇਗਾ? 9 ਦਰ ਠਾਕੇ ਤਾਵਤ ਰਹਾਏ, 10ਵੇਂ ਨਿਜ ਕਰ ਵਾਸਾ ਪਾਏ। ਉੱਥੇ ਅਨਹਦ ਸ਼ਬਦ ਵਜੇ, ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ। ਉਸ ਵਕਤ ਮਿਲੇਗਾ ਜਦੋਂ ਤੁਸੀਂ ਨਵਾਂ ਦੁਆਰਿਆਂ ਚੋਂ ਖਿਆਲ ਨੂੰ ਸਮੇਟ ਕੇ ਅੱਖਾਂ ਪਿੱਛੇ ਲਿਆ ਕੇ ਇਕੱਠਾ ਕਰੋਗੇ। ਤੁਸੀਂ ਆਪਣੇ ਘਰ ਦੇ ਦਰਵਾਜ਼ੇ ਤੇ ਪਹੁੰਚ ਜਾਓਗੇ। ਉਸ ਘਰ ਦੇ ਦਰਵਾਜ਼ੇ ਦੀ ਇਹ ਨਿਸ਼ਾਨੀ ਯਾਦ ਰੱਖਣਾ ਕਿ ਉਸ ਨੁਕਤੇ ਔਰ ਪੁਆਇੰਟ ਤੇ ਹਰ ਇੱਕ ਦੇ ਅੰਦਰ ਅਨਹਦ ਸ਼ਬਦ ਦਿਨ ਰਾਤ ਤੁਨਕਾਰਾਂ ਦੇ ਰਿਹਾ ਹੈ। ਉਹ ਚੋਰਾਂ ਅੰਦਰ ਵੀ ਹੈ, ਠੱਗਾ ਅੰਦਰ ਵੀ ਹੈ, ਸਾਧੂ ਸੰਤਾਂ ਮਹਾਤਮਾ ਅੰਦਰ ਵੀ ਹੈ। ਉੱਥੇ ਕਿਸੇ ਕੌਮ ਦਾ, ਮਜ਼ਹਬ ਦਾ, ਮੁਲਕ ਦਾ ਕਦੇ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਉਹ ਮਿੱਠੀ ਤੋਂ ਮਿੱਠੀ, ਸੁਰੀਲੀ ਤੋਂ ਸੁਰੀਲੀ ਆਵਾਜ਼ ਹੈ ਜਿਹੜੀ ਮਾਲਕ ਦੀ ਦਰਗਾਹ ਤੋਂ ਆ ਰਹੀ ਹੈ। ਹਰ ਇੱਕ ਦੇ ਅੱਖਾਂ ਪਿੱਛੇ ਤੁਨਕਾਰਾਂ ਦੇ ਰਹੀ ਹੈ। ਉਸ ਦੇ ਅੰਦਰ ਧੁਨੀ ਵੀ ਹੈ, ਉਸ ਦੇ ਅੰਦਰ ਜੋਤੀ ਵੀ ਹੈ, ਉਸ ਦੇ ਅੰਦਰ ਪ੍ਰਕਾਸ਼ ਵੀ ਹੈ। ਇਸੇ ਵਾਸਤੇ ਕਹਿੰਦੇ ਹਨ, ਬਿਨ ਸ਼ਬਦੇ ਅੰਤਰ ਆਲੇਰਾ, ਨਾ ਵਸਤ ਲਹੇ ਨਾ ਚੋਕੇ ਫੇਰਾ। ਉਸ ਸ਼ਬਦ ਦੀ ਕਮਾਈ ਤੋਂ ਬਗੈਰ ਤੁਹਾਡੇ ਅੰਦਰੋਂ ਕਦੇ ਅਗਿਆਨਤਾ ਦਾ ਅੰਧੇਰਾ ਦੂਰ ਨਹੀਂ ਹੋ ਸਕਦਾ। ਤੁਹਾਨੂੰ ਕਦੇ ਪਰਮਾਤਮਾ ਨਹੀਂ ਮਿਲ ਸਕਦਾ। ਤੁਹਾਡਾ ਕਦੇ ਵੀ ਦੇਹ ਦੇ ਬੰਧਨਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਚੌਥੀ ਪਾਤਸ਼ਾਹੀ ਨੇ ਸਤਿਗੁਰ ਭਗਤੀ ਦੇ ਜ਼ਿਆਦਾ ਜ਼ੋਰ ਦਿੱਤਾ ਹੈ। ਨਾਮ ਦੀ ਮਹਿਮਾ ਤਾਂ ਕਰਨੀ ਹੀ ਸੀ, ਕੀਤੀ ਹੈ, ਲੇਕਿਨ ਜ਼ਿਆਦਾ ਜ਼ੋਰ ਉਹਨਾਂ ਨੇ ਸਤਿਗੁਰ ਭਗਤੀ ਤੇ ਦਿੱਤਾ ਹੈ। ਜਦੋਂ ਬਾਣੀ ਵਿੱਚ ਖੋਲ ਕੇ ਲਿਖਦੇ ਹਨ, ਸਤਿਗੁਰ ਤੇ ਹਰ ਪਾਈਏ ਪਾਈ। ਭਰਾਵਾ, ਅੱਛੀ ਤਰ੍ਹਾਂ ਇਸ ਚੀਜ਼ ਨੂੰ ਮਨ ਵਿੱਚ ਬਿਠਾ ਲਾ ਕਿ ਜਦੋਂ ਵੀ ਤੂੰ ਪਰਮਾਤਮਾ ਦੀ ਭਗਤੀ ਕਰ ਸਕੇਗਾ, ਪਰਮਾਤਮਾ ਨਾਲ ਵਿਸਾਲ ਕਰ ਸਕੇਗਾ, ਸਤਿਗੁਰਾਂ ਦੀ ਭਗਤੀ ਦੇ ਜ਼ਰੀਏ ਕਰ ਸਕੇਗਾ, ਗੁਰਮੁਖਾਂ ਦੀ ਸੰਗਤ ਔਰ ਸੋਭਤ ਦੇ ਜ਼ਰੀਏ ਕਰ ਸਕੇਗਾ,
ਪੰਜਵੀਂ ਪਾਤਸ਼ਾਹੀ ਨੇ ਸਾਰੇ ਗੁਰੂ ਸਾਹਿਬਾਨਾਂ ਦੇ ਉਪਦੇਸ਼ ਨੂੰ ਸਿਸਟੇਮੈਟਿਕਲੀ ਆਪਣੇ ਬਾਣੀ ਵਿੱਚ ਖੋਲ ਕੇ ਬਿਆਨ ਕਰ ਦਿੱਤਾ। ਹਰ ਪਹਿਲੂ ਤੋਂ ਗੁਰਮਤਿ ਨੂੰ ਅੱਛੀ ਤਰ੍ਹਾਂ ਖੋਲ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਬਲਕਿ ਖੁਦ ਹੀ ਨਹੀਂ ਸਮਝਾਇਆ, ਬਲਕਿ ਜਿਤਨੇ ਵੀ ਉਹਨਾਂ ਦਿਨਾਂ ਵਿੱਚ ਉਹਨਾਂ ਨੂੰ ਸੰਤਾਂ ਮਹਾਤਮਾ ਦੀ ਨਾਮ ਦੀ ਮਹਿਮਾ ਕਰਨ ਵਾਲਿਆਂ ਦੀ ਬਾਣੀ ਮਿਲੀ, ਉਹਨਾਂ ਨੇ ਸਭ ਇਕੱਠੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹਨਾਂ ਦਾ ਜ਼ਿਕਰ ਕਰ ਦਿੱਤਾ, ਤਾਂ ਕਿ ਲੋਕਾਂ ਦੇ ਮਨ ਵਿੱਚ ਇਹ ਪ੍ਰੈਜੁਡਿਸ ਨਾ ਹੋਵੇ ਕਿ ਗੁਰੂ ਘਰ ਸਿਰਫ ਨਾਮ ਦੀ ਮਹਿਮਾ ਕਰਦਾ ਹੈ, ਹੋਰ ਸ਼ਾਇਦ ਕਦੇ ਕਿਸੇ ਮਹਾਤਮਾ ਨੇ ਨਾਮ ਦੀ ਮਹਿਮਾ ਨਹੀਂ ਕੀਤੀ। ਇਸੇ ਵਾਸਤੇ ਬਾਬਾ ਨਾਮਦੇਵ ਦੀ ਬਾਣੀ ਪਾਈ, ਕਬੀਰ ਸਾਹਿਬ ਦੀ ਬਾਣੀ ਪਾਈ, ਰਵਿਦਾਸ ਮਹਾਤਮਾ ਦੀ ਬਾਣੀ ਪਾਈ, ਹੋਰ ਇਤਨੇ ਸੰਤਾਂ ਮਹਾਤਮਾ ਦੀਆਂ ਬਾਣੀਆਂ ਇਸੇ ਵਾਸਤੇ ਗੁਰੂ ਸਾਹਿਬ ਨੇ ਪਾਈਆਂ ਕਿ ਜਿਸ ਗੁਰੂ ਘਰ ਜਿਸ ਨਾਮ ਦੀ ਸ਼ਬਦ ਦੀ ਮਹਿਮਾ ਕਰਦਾ ਹੈ, ਉਸੇ ਨਾਮ ਦੀ ਬਾਬਾ ਫਰੀਦ ਔਰ ਬਾਕੀ ਮਹਾਤਮਾ ਮਹਿਮਾ ਕਰਦੇ ਚਲੇ ਆ ਰਹੇ ਹਨ। ਸੋ ਗੁਰੂ ਘਰ ਕੋਈ ਅਨੋਖੀ ਟੀਚਿੰਗ ਮਾਲਕ ਦੇ ਭਗਤੀ ਕਰਨ ਦਾ ਤਰੀਕਾ ਲੈ ਕੇ ਨਹੀਂ ਆਇਆ। ਇਹੋ ਹੀ ਤਰੀਕਾ ਹੈ ਜਿਹੜਾ ਸੰਤ ਮਹਾਤਮਾ ਹਮੇਸ਼ਾ ਤੋਂ ਮਾਲਕ ਦੇ ਮਿਲਣ ਦੇ ਵਾਸਤੇ ਸਮਝਾਉਂਦੇ ਚਲੇ ਆ ਰਹੇ ਹਨ। ਇਸ ਵਾਸਤੇ ਜਦੋਂ ਵੀ ਅਸੀਂ ਗੁਰੂ ਘਰ ਦਾ ਕੋਈ ਸ਼ਬਦ ਲੈਂਦੇ ਹਾਂ, ਇਹੋ ਸਮਝ ਆਉਂਦੀ ਹੈ ਕਿ ਪੱਤਰਾ ਤੁਕ ਉਸ ਸ਼ਬਦ ਦੀ ਮਹਿਮਾ ਕਰ ਰਿਹਾ ਹੈ, ਉਸ ਨਾਮ ਦੀ ਮਹਿਮਾ ਕਰ ਰਿਹਾ ਹੈ। ਇਹ ਪੰਜਵੀਂ ਪਾਤਸ਼ਾਹੀ ਦੀ ਬਾਣੀ ਹੈ। ਆਪ ਸਮਝਾਉਂਦੇ ਹਨ, ਆਦ ਨਿਰੰਜਨ ਪ੍ਰਭ ਨਿਰੰਕਾਰਾ, ਸਭ ਤੋਂ ਪਹਿਲਾ ਉਹ ਮਾਲਕ ਸੀ, ਸਭ ਕੁਝ ਉਸ ਮਾਲਕ ਨੇ ਪੈਦਾ ਕੀਤਾ ਹੈ। ਉਹ ਪਰਮਾਤਮਾ ਮਾਇਆ ਤੋਂ ਰਹਿਤ ਹੈ, ਔਰ ਉਹ ਪਰਮਾਤਮਾ ਜ਼ਰਰੇ ਪੱਤੇ ਅੰਦਰ ਸਮਾਇਆ ਹੋਇਆ ਹੈ। ਹਰ ਇੱਕ ਦੇ ਅੰਦਰ ਦੇ ਹੋਣ ਦੇ ਬਾਵਜੂਦ ਉਹ ਪਰਮਾਤਮਾ ਸਭ ਤੋਂ ਅਲੱਗ ਹੋਇਆ ਖੜਾ ਹੈ, ਔਰ ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ। ਅਸੀਂ ਉਹ ਸਤਨਾਮ ਸਮੁੰਦਰ ਦੇ ਕਤਰੇ ਹਾਂ, ਉਸ ਮਾਲਕ ਦੇ ਕੋਲੋਂ ਵਿਛੜ ਕੇ ਇਸ ਮਾਇਆ ਦੇ ਜਾਲ ਵਿੱਚ ਫਸੇ ਹੋਏ ਹਾਂ। ਜੋ ਮਨ ਦੇ ਤਾਬੇ ਹੋ ਕੇ ਕਰਮ ਕਰ ਬੈਠੇ ਹਾਂ, ਅੱਛੇ ਵੀ ਕੀਤੇ ਹਨ, ਬੁਰੇ ਵੀ ਕੀਤੇ ਹਨ, ਉਹਨਾਂ ਸਾਰਿਆਂ ਦਾ ਨਤੀਜਾ ਭੁਗਤਣ ਵਾਸਤੇ ਸਾਨੂੰ ਇਸ 84 ਦੇ ਜੇਲਖਾਨੇ ਵਿੱਚ ਆਉਣਾ ਪੈਂਦਾ ਹੈ। ਜਿੱਥੇ ਵੀ ਜਾ ਕੇ ਜਨਮ ਲੈਂਦੇ ਹਾਂ, ਉੱਥੇ ਦੁੱਖ ਔਰ ਮੁਸੀਬਤਾਂ ਸਹਿਣੀਆਂ ਪੈਂਦੀਆਂ ਹਨ। ਮੈਂ ਰੋਜ਼ ਅਰਜ਼ ਕਰਦਾ ਹਾਂ, ਕਿਸੇ ਜਾਮੇ ਅੰਦਰ ਜਾ ਕੇ ਕੋਈ ਸੁੱਖ ਨਹੀਂ ਹਾਸਲ ਕਰ ਸਕਦਾ, ਕੋਈ ਸ਼ਾਂਤੀ ਨਹੀਂ ਪ੍ਰਾਪਤ ਕਰ ਸਕਦਾ। ਇਸ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਪਿਰ ਸੱਚੇ ਤੇ ਸਦਾ ਸੁਹਾਗਣ। ਤੁਹਾਡੀ ਆਤਮਾ ਇਸਤਰੀ ਹੈ, ਉਹ ਪਰਮਾਤਮਾ ਇਸਦਾ ਪਤੀ ਹੈ। ਜਿਤਨਾ ਅਰਸਾ ਸਾਡੀ ਰੂਹ ਰੂਪੀ ਇਸਤਰੀ ਪਤੀ ਰੂਪੀ ਪਰਮਾਤਮਾ ਦੀ ਭਗਤੀ ਵਿੱਚ ਨਹੀਂ ਕਰਦੀ, ਮਾਲਕ ਨਾਲ ਵਸਾਲ ਨਹੀਂ ਕਰਦਾ, ਇਸ ਦਾ ਦੇਹ ਦੀਆਂ ਬੰਧਨਾਂ ਤੋਂ, ਮਰਨ ਜੰਮਣ ਦੀਆਂ ਦੁੱਖਾਂ ਤੋਂ ਕਦੇ ਵੀ ਛੁਟਕਾਰਾ ਨਹੀਂ ਹੋ ਸਕਦਾ। ਇਸ ਵਾਸਤੇ ਗੁਰੂ ਸਾਹਿਬ ਸਾਡੇ ਅੰਦਰ ਉਸ ਮਾਲਕ ਦੇ ਮਿਲਣ ਦਾ ਸ਼ੌਕ ਪੈਦਾ ਕਰਦੇ ਹਨ, ਉਸ ਮਾਲਕ ਦੇ ਮਿਲਣ ਦਾ ਪਿਆਰ ਪੈਦਾ ਕਰਦੇ ਹਨ। ਔਰ ਉਹ ਪਰਮਾਤਮਾ ਹੋਰ ਕੈਸਾ ਹੈ, ਆਪ ਅੱਗੇ ਖੋਲ ਕੇ ਸਮਝਾਉਂਦੇ ਹਨ। ਆਦ ਨਿਰੰਜਨ ਪ੍ਰਭ ਨਿਰੰਕਾਰਾ, ਸਭ ਮਹਿ ਵਰਤੈ ਆਪ ਨਿਰਾਰਾ, ਵਰਨ ਜਾਤ चिन्ह नहीं कोई, सब हुक्म श्रेष्ठ पाएगा। ਸਮਝਾਉਂਦੇ ਹਨ ਕਿ ਦੁਨੀਆ ਅੰਦਰ ਦੋ ਕਿਸਮ ਦੇ ਇਨਸਾਨ ਹਨ, ਇੱਕ ਗੁਰਮੁਖ ਲੋਕ ਹਨ, ਇੱਕ ਮਨਮੁਖ ਲੋਕ ਹਨ। ਦੋਨੋਂ ਹੀ ਉਸ ਪਰਮਾਤਮਾ ਦੇ ਬਣਾਏ ਹੋਏ ਜੀਵ ਹਨ, ਔਰ ਇਹ ਵੀ ਉਸ ਪਰਮਾਤਮਾ ਦੇ ਹੱਥ ਵਿੱਚ ਹੈ। ਜਿਹਨੂੰ ਚਾਹੁੰਦਾ ਹੈ ਉਹ ਗੁਰਮੁਖ ਬਣਾ ਲੈਂਦਾ ਹੈ। ਲੇਕਿਨ ਵਡਿਆਈ ਕਿਹਨਾਂ ਦੀ ਹੈ? ਗੁਰਮੁਖਾਂ ਦੀ ਹੈ। ਕੀ ਵਡਿਆਈ ਹੈ ਕਿ ਉਸ ਪਰਮਾਤਮਾ ਦੇ ਭਗਤੀ ਵਿੱਚ ਲੱਗੇ ਹੋਏ ਹਨ। ਮਨਮੁਖ ਕੌਣ ਹਨ? ਜਿਹੜੇ ਰਚਨਾ ਦੇ ਮੋਹ ਔਰ ਪਿਆਰ ਵਿੱਚ ਫਸੇ ਹੋਏ ਹਨ। ਗੁਰੂ ਸਾਹਿਬ ਕਹਿੰਦੇ ਉਹ ਪਰਮਾਤਮਾ ਕੈਸਾ ਹੈ? ਵਰਨ ਜਾਤ ਚਿਹਨ ਨਹੀਂ ਕੋਈ, ਸਭ ਹੁਕਮੇ ਸ੍ਰਿਸ਼ਟ ਪਾਏਗਾ। ਜਿਸ ਪਰਮੇਸ਼ਰ ਨੇ ਹੁਕਮ ਦੇ ਜ਼ਰੀਏ ਸਾਰੀ ਸ੍ਰਿਸ਼ਟੀ ਦੀ ਰਚਨਾ ਪੈਦਾ ਕੀਤੀ ਹੈ, ਨਾ ਉਹ ਕਾਲਾ ਹੈ, ਨਾ ਉਹ ਗੋਰਾ ਹੈ, ਨਾ ਉਹ ਹਿੰਦੂ ਹੈ, ਨਾ ਉਹ ਸਿੱਖ ਹੈ, ਨਾ ਈਸਾਈ ਹੈ, ਨਾ ਹਿੰਦੁਸਤਾਨ ਦੇ ਰਹਿਣ ਵਾਲਾ ਹੈ, ਨਾ ਅਮਰੀਕਾ ਔਰ ਅਫਰੀਕਾ ਦੇ ਰਹਿਣ ਵਾਲਾ ਹੈ। ਆਪ ਦੇ ਸਮਝਾਉਣ ਦਾ ਮਤਲਬ ਉਹ ਪਰਮਾਤਮਾ ਇੱਕ ਹੈ। ਇਹ ਨਹੀਂ ਕਿ ਹਿੰਦੂਆਂ ਦਾ ਕੋਈ ਹੋਰ ਹੈ, ਸਿੱਖਾਂ, ਈਸਾਈਆਂ, ਮੁਸਲਮਾਨਾਂ ਦਾ ਕੋਈ ਹੋਰ ਹੈ। ਇਸੇ ਵਾਸਤੇ ਬਾਣੀ ਵਿੱਚ ਲਿਖਦੇ ਹਨ, ਸਭਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰ ਨਾ ਜਾਈ। ਜੋ ਕੁਛ ਤੁਸੀਂ ਅੱਖਾਂ ਨਾਲ ਦੇਖਦੇ ਹੋ, ਇਸ ਨੂੰ ਪੈਦਾ ਕਰਨ ਵਾਲਾ ਇੱਕ ਪਰਮਾਤਮਾ ਹੈ।
ਇਸੇ ਵਾਸਤੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਕਹਿੰਦੇ ਹਨ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਗੁਰੂ ਸਾਹਿਬ ਕਹਿੰਦੇ ਤਜਰਬਾ ਕਰਦੇ ਕਰਦੇ ਮੇਰੇ ਤਜਰਬੇ ਵਿੱਚ ਇੱਕ ਐਸੀ ਚੀਜ਼ ਆਈ ਹੈ ਜਿਹੜੀ ਆਦ ਜੁਗਾਦ ਤੋਂ ਸੱਚ ਚਲੀ ਆ ਰਹੀ ਹੈ। ਸੱਚ ਦਾ ਮਤਲਬ ਜਿਹੜੀ ਕਦੇ ਨਾਸ਼ ਨਹੀਂ ਹੁੰਦੀ, ਕਦੇ ਫਨਾ ਨਹੀਂ ਹੁੰਦੀ, ਉਹ ਸਿਰਫ ਪਰਮਾਤਮਾ ਹੈ। ਉਸ ਤੋਂ ਇਲਾਵਾ ਜੋ ਕੁਝ ਵੀ ਅੱਖਾਂ ਨਾਲ ਦੇਖਦੇ ਹਾਂ ਸਭ ਦੇ ਨਾਸ਼ ਹੋ ਜਾਣਾ ਹੈ, ਸਭ ਨੇ ਫਨਾ ਹੋ ਜਾਣਾ ਹੈ। ਸਿਰਫ ਇੱਕ ਉਹ ਪਰਮਾਤਮਾ ਹੈ ਜਿਹੜਾ ਕਦੇ ਨਾਸ਼ ਨਹੀਂ ਹੁੰਦਾ, ਜਿਹੜਾ ਕਦੇ ਫਨਾ ਨਹੀਂ ਹੁੰਦਾ। ਮੁਸਲਮਾਨ ਫਕੀਰਾਂ ਨੇ ਵੀ ਇਸੇ ਵਾਸਤੇ ਉਸ ਪਰਮਾਤਮਾ ਨੂੰ ਰੱਬਲ ਆਲਮੀਨ ਕਿਹਾ ਹੈ, ਰੱਬਲ ਮੁਸਲਮੀਨ ਕਹਿ ਕੇ ਯਾਦ ਨਹੀਂ ਕੀਤਾ। ਇਸੇ ਤਰ੍ਹਾਂ ਉਸ ਤੋਂ ਰਿਸ਼ੀ ਮੁਨੀ ਵੀ ਇੱਕ ਏਕਾ ਕਹਿੰਦੇ ਚਲੇ ਆ ਰਹੇ ਹਨ। ਹੁਣ ਤੁਸੀਂ ਸੋਚੋ, ਜਦੋਂ ਪਰਮਾਤਮਾ ਇੱਕ ਹੈ, ਨਾ ਉਹ ਹਿੰਦੂ ਹੈ, ਨਾ ਉਹ ਸਿੱਖ ਹੈ, ਨਾ ਉਹ ਈਸਾਈ ਹੈ, ਨਾ ਮੁਸਲਮਾਨ ਹੈ, ਇਹ ਸਾਡੀ ਆਤਮਾ ਤਾਂ ਉਸ ਪਰਮਾਤਮਾ ਦੀ ਅੰਸ਼ ਹੈ। ਅਸੀਂ ਤਾਂ ਉਹ ਸਤਨਾਮ ਸਮੁੰਦਰ ਦੇ ਕਤਰੇ ਹਾਂ। ਆਤਮਾ ਕਿਸ ਤਰ੍ਹਾਂ ਹਿੰਦੂ ਹੋ ਗਈ, ਸਿੱਖ ਹੋ ਗਈ, ਮੁਸਲਮਾਨ ਹੋ ਗਈ, ਈਸਾਈ ਹੋ ਗਈ? ਅਗਰ ਸਮੁੰਦਰ ਦੀ ਕੋਈ ਕੌਮ ਨਹੀਂ ਹੈ, ਮਜ਼ਹਬ ਨਹੀਂ ਹੈ, ਤਾਂ ਤੁਸੀਂ ਸੋਚੋ ਇੱਕ ਮਾਮੂਲੀ ਕਤਰੇ ਦੀ ਕਿਹੜੀ ਕੌਮ ਔਰ ਮਜ਼ਹਬ ਹੋ ਸਕਦੀ ਹੈ? ਅਗਰ ਸੂਰਜ ਦੀ ਕੋਈ ਕੌਮ ਔਰ ਮਜ਼ਹਬ ਨਹੀਂ ਹੈ, ਮਾਮੂਲੀ ਰੋਸ਼ਨੀ ਦੀ ਕੀ ਕੌਮ ਔਰ ਮਜ਼ਹਬ ਹੋ ਸਕਦਾ ਹੈ? ਪਰਮਾਤਮਾ ਨੇ ਤਾਂ ਇਨਸਾਨ ਪੈਦਾ ਕੀਤਾ ਹੈ। ਅਸੀਂ ਛੋਟੀਆਂ ਛੋਟੀਆਂ ਜਾਤਾਂ ਪਾਤਾਂ ਕੌਮਾਂ ਮਜ਼ਹਬਾਂ ਮੁਲਕਾਂ ਅੰਦਰ ਆਪਣੇ ਆਪ ਨੂੰ ਤਕਸੀਮ ਕਰੀ ਜਾਂਦੇ ਹਾਂ ਔਰ ਇੱਕ ਦੂਸਰੇ ਦੇ ਭਿੰਨ ਭੇਦ ਵਿੱਚ ਫਸੇ ਹੋਏ ਹਾਂ। ਹਾਲਾਂਕਿ ਹਰ ਇੱਕ ਮਹਾਤਮਾ ਨੇ ਪੂਰੀ ਕੋਸ਼ਿਸ਼ ਕੀਤੀ ਹੈ ਇਹਨਾਂ ਜਾਤਾਂ ਪਾਤਾਂ ਕੌਮਾਂ ਮਜ਼ਹਬਾਂ ਚੋਂ ਸਾਡੇ ਖਿਆਲ ਨੂੰ ਉੱਚਾ ਉਠਾਉਣ ਦੀ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜਿੱਥੇ ਲੇਖਾ ਮੰਗੀਏ ਤਿੱਥੇ ਦੇ ਜਾਤ ਨਾ ਜਾਏ। ਭਰਾਵਾ, ਜਿਸ ਜਗ੍ਹਾ ਤੇਰੇ ਕਰਮਾਂ ਦਾ ਹਿਸਾਬ ਕਿਤਾਬ ਹੋਣਾ ਹੈ, ਨਾ ਤਾਂ ਤੇਰੇ ਸਰੀਰ ਨੇ ਪਹੁੰਚਣਾ ਹੈ, ਨਾ ਤੇਰੀਆਂ ਕਿਸੇ ਨੇ ਜਾਤਾਂ ਪਾਤਾਂ ਪੁੱਛਣੀਆਂ ਹਨ। ਇਹਨਾਂ ਜਾਤਾਂ ਪਾਤਾਂ ਦਾ ਕੌਮਾਂ ਮਜ਼ਹਬਾਂ ਦਾ ਤੇਰੇ ਸਰੀਰ ਨਾਲ ਤਲਕ ਹੈ। ਸਰੀਰ ਤੇਰਾ ਅਗਨੀ ਦੇ ਸਪੁਰਦ ਹੋ ਜਾਣਾ ਹੈ, ਮਿੱਟੀ ਅੰਦਰ ਦਬਾ ਦਿੱਤਾ ਜਾਵੇਗਾ। ਜਾਂ ਤਾਂ ਤੇਰੇ ਕੌਮ ਔਰ ਮਜ਼ਹਬ ਅਗਨੀ ਦੇ ਸਪੁਰਦ ਹੋ ਕੇ ਖਤਮ ਹੋ ਜਾਣਗੇ, ਜਾਂ ਤੇਰੀਆਂ ਜਾਤਾਂ ਪਾਤਾਂ ਮਿੱਟੀ ਵਿੱਚ ਹੀ ਰੁਲਦੀਆਂ ਰਹਿ ਜਾਣਗੀਆਂ। ਉੱਥੇ ਸਾਡੇ ਕਰਮ ਦੇਖੇ ਜਾਂਦੇ ਹਨ, ਸਾਡਾ ਭਗਤੀ ਭਾਵ ਦੇਖਿਆ ਜਾਂਦਾ ਹੈ, ਸਾਡਾ ਮਾਲਕ ਦੇ ਮਿਲਣ ਦਾ ਇਸ਼ਕ ਔਰ ਪਿਆਰ ਦੇਖਿਆ ਜਾਂਦਾ ਹੈ। ਇਸੇ ਵਾਸਤੇ ਕਬੀਰ ਸਾਹਿਬ ਨੇ ਕਿਹਾ ਸੀ, ਜਾਤ ਪਾਤ ਪੁੱਛੇ ਨਾ ਕੋ ਹਰ ਕੋ ਭਜੇ ਸੋ ਹਰ ਕਾ ਹੋ। ਜਾਤਾਂ ਪਾਤਾਂ ਤੁਹਾਡੀਆਂ ਕਿਸੇ ਨੇ ਨਹੀਂ ਪੁੱਛਣੀਆਂ। ਜੋ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਤੁਸੀਂ ਹਿੰਦੂ ਹੋ ਕੇ ਭਗਤੀ ਕਰੋ, ਸਿੱਖ ਈਸਾਈ ਹੋ ਕੇ ਭਗਤੀ ਕਰੋ, ਭਗਤੀ ਦੇ ਵਾਪਸ ਜਾ ਕੇ ਮਾਲਕ ਨਾਲ ਮਿਲਾਉਣਾ ਹੈ। ਮਤੇ ਕਿਸੇ ਦੇ ਮਨ ਵਿੱਚ ਇਹ ਖਿਆਲ ਹੋਵੇ ਕਿ ਸ਼ਾਇਦ ਹਿੰਦੂਆਂ ਤੋਂ ਸਿੱਖ ਬਣਨਾ ਪਵੇਗਾ, ਸਿੱਖਾਂ ਤੋਂ ਈਸਾਈ ਬਣਨਾ ਪਵੇਗਾ, ਈਸਾਈ ਤੋਂ ਮੁਸਲਮਾਨ ਬਣਨਾ ਪਵੇਗਾ। ਕਬੀਰ ਸਾਹਿਬ ਕਹਿੰਦੇ ਇਹ ਖਿਆਲ ਹੀ ਹਮੇਸ਼ਾ ਵਾਸਤੇ ਮਨ ਚੋਂ ਕੱਢ ਦਿਓ। ਇਸੇ ਵਾਸਤੇ ਬੁੱਲੇ ਸ਼ਾਹ ਨੇ ਕਿਹਾ ਸੀ, ਅਮਲਾਂ ਉੱਤੇ ਹੋਣ ਨਵੇੜੇ ਖੜੀ ਰਹਿਣਗੀਆਂ ਜਾਤਾਂ। ਜਿਹੜੇ ਆਪਣੇ ਅਮਲਾਂ ਦੀ ਤਰਫ ਧਿਆਨ ਦਿੰਦੇ ਹਨ, ਕਰਮਾਂ ਦੀ ਤਰਫ ਧਿਆਨ ਦਿੰਦੇ ਹਨ, ਉਹਨਾਂ ਦਾ ਹੀ ਉੱਥੇ ਹਿਸਾਬ ਕਿਤਾਬ ਹੁੰਦਾ ਹੈ। ਜਿਨ੍ਹਾਂ ਨੂੰ ਜਾਤਾਂ ਪਾਤਾਂ ਦਾ ਹੰਕਾਰ ਗਰੂਰ ਰਹਿੰਦਾ ਹੈ, ਉਹਨਾਂ ਨੂੰ ਉੱਥੇ ਕੋਈ ਨਹੀਂ ਪੁੱਛਦਾ। ਇਸ ਵਾਸਤੇ ਪਲਟੂ ਸਾਹਿਬ ਨੇ ਕਿਹਾ ਸੀ, ਪਲਟੂ ऊंची जात का मत कोई करे हंकार, साहब के दरबार में केवल भगत पिया। ਮਤੇ ਕਿਸੇ ਦੇ ਮਨ ਵਿੱਚ ਖਿਆਲ ਹੋਵੇ ਕਿ ਮੈਂ ਬ੍ਰਾਹਮਣਾਂ ਦੇ ਘਰ ਜਨਮ ਲੈ ਬੈਠਾ ਹਾਂ, ਸ਼ਾਇਦ ਮੈਨੂੰ ਹੀ ਸਿਰਫ ਫਖਰ ਹਾਸਲ ਹੈ ਕਿ ਮੈਂ ਮਾਲਕ ਨਾਲ ਮਿਲ ਸਕਾਂ। ਹੋਰ ਕਿਸੇ ਜਾਤੀ ਨੂੰ ਇਹ ਫਖਰ ਨਹੀਂ ਹੋ ਸਕਦਾ ਕਿ ਉਹ ਮਾਲਕ ਦੀ ਭਗਤੀ ਕਰ ਸਕੇ। ਪਲਟੂ ਸਾਹਿਬ ਕਹਿੰਦੇ ਖਿਆਲ ਹੀ ਮਨ ਚੋਂ ਕੱਢ ਦਿਓ। ਮਾਲਕ ਦੇ ਘਰ ਪਹੁੰਚਣ ਵਾਸਤੇ ਸਿਰਫ ਭਗਤੀ ਦੀ ਲੋੜ ਪੈਂਦੀ ਹੈ, ਪ੍ਰੇਮ ਦੀ ਲੋੜ ਪੈਂਦੀ ਹੈ, ਪਿਆਰ ਦੀ ਲੋੜ ਪੈਂਦੀ ਹੈ। ਇਸ ਤੋਂ ਜ਼ਿਆਦਾ ਹੋਰ ਗੁਰੂ ਨਾਨਕ ਸਾਹਿਬ ਕੀ ਕਹਿਣਗੇ, ਬਿਨ ਨਾਮੇ ਸਭ ਨੀਚ ਜਾਤ ਹੈ ਵਿਸ਼ਟਾ ਕੇ ਕੀੜੇ ਹੋਏ। ਜਿਹੜੇ ਮਾਲਕ ਦੀ ਭਗਤੀ ਨਹੀਂ ਕਰਦੇ, ਨਾਮ ਦੀ ਕਮਾਈ ਨਹੀਂ ਕਰਦੇ, ਉਹ ਨੀਚੀ ਤੋਂ ਨੀਚੀ ਜ਼ਾਤ ਵਾਲੇ ਹਨ। ਮੌਤ ਤੋਂ ਬਾਅਦ ਜਾ ਕੇ ਉਹਨਾਂ ਨੇ ਗੰਦਗੀ ਦੇ ਕੀੜੇ ਬਣਨਾ ਹੈ। ਕਿੰਨਾਂ ਦੀ ਉੱਚੀ ਜਾਤ ਹੈ, ਜਿਸ ਨਾਮ ਹਿਰਦੇ ਸੋ ਉੱਚੇ ਉੱਚਾ ਸੱਚੇ ਆਪ ਸਮਾ ਮਿਲਿਆ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਉਸ ਮਾਲਕ ਦਾ ਨਾਮ ਵਸ ਜਾਂਦਾ ਹੈ, ਉਹ ਉੱਚੇ ਤੋਂ ਉੱਚੇ ਹਨ, ਸੁੱਚੇ ਤੋਂ ਸੁੱਚੇ ਹਨ, ਵਾਪਸ ਜਾ ਕੇ ਸੱਚੇ ਪਰਮਾਤਮਾ ਦੇ ਅੰਦਰ ਸਮਾ ਜਾਂਦੇ ਹਨ। ਇਸ ਵਾਸਤੇ ਗੁਰੂ ਘਰ ਸਾਨੂੰ ਇੱਥੇ ਪਿਆਰ ਨਾਲ ਸਮਝਾਉਂਦਾ ਹੈ ਕਿ ਉਹ ਪਰਮਾਤਮਾ ਇੱਕ ਹੈ। ਐਵੇਂ ਜਾਤਾਂ ਪਾਤਾਂ ਦੇ ਝਗੜਿਆਂ ਵਿੱਚ ਨਾ ਫਸੋ। ਆਪਣੇ ਅੰਦਰ ਮਾਲਿਕ ਦੇ ਮਿਲਣ ਦਾ ਇਸ਼ਕ ਪੈਦਾ ਕਰੋ, ਪ੍ਰੇਮ ਪੈਦਾ ਕਰੋ, ਪਿਆਰ ਪੈਦਾ ਕਰੋ।
वरन जात चिन्ह नहीं कोई, सब हुक्म श्रेष्ठ पाएगा। 184 जो न सबाई, मानस को प्रभ दीवरियाई। इस पौड़ी ते जो नर चुके, सो आए जाए दुख पाएंदा। ਹੁਣ ਗੁਰੂ ਸਾਹਿਬ ਕਹਿੰਦੇ ਆ ਜੋ ਕੁਝ ਰਚਨਾ ਆਪਾਂ ਨੂੰ ਅੱਖਾਂ ਨਾਲ ਨਜ਼ਰ ਆਉਂਦੀ ਹੈ, ਇੱਕ 84 ਦਾ ਬਹੁਤ ਬੜਾ ਸਾਰਾ ਜੇਲ੍ਹ ਖਾਨਾ ਹੈ। ਅਸੀਂ ਆਪਣੇ ਕਰਮਾਂ ਕਰਕੇ ਇਸ ਜੇਲ੍ਹ ਖਾਨੇ ਦੇ ਕੈਦੀ ਹੋਏ ਬੈਠੇ ਹਾਂ। ਜੋ ਜੋ ਮਨ ਦੇ ਤਾਬੇ ਹੋ ਕੇ ਕਰਮ ਕਰਦੇ ਹਾਂ, ਕਿਉਂਕਿ ਇਹ ਕਰਮ ਭੂਮੀ ਹੈ, ਕਰਮਾਂ ਸੰਦੜਾ ਖੇਤ ਹੈ। ਅੱਛੇ ਕਰਮ ਕਰਦੇ ਹਾਂ, ਅੱਛਾ ਨਤੀਜਾ ਭੁਗਤਣ ਵਾਸਤੇ ਆ ਜਾਵਾਂਗੇ। ਮੰਝੇ ਕਰਮ ਕਰਦੇ ਹਾਂ, ਮੰਦਾ ਨਤੀਜਾ ਭੁਗਤਣ ਵਾਸਤੇ ਆ ਜਾਵਾਂਗੇ। ਅੱਛਿਆਂ ਕਰਮਾਂ ਕਰਕੇ ਵੀ ਦੇਹ ਦੀਆਂ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਸਕਦੇ। ਬੁਰਿਆਂ ਕਰਮਾਂ ਦੇ ਕਰਕੇ ਤਾਂ ਕੀ ਹੋਣਾ ਹੈ? ਕਿਆ ਰਾਜਾ, ਕਿਆ ਪਰਜਾ, ਕਿਆ ਅਮੀਰ, ਕਿਆ ਗਰੀਬ, ਕਿਆ ਔਰਤ, ਕਿਆ ਆਦਮੀ, ਸਭ ਦੁਨੀਆ ਦੇ ਜੀਵ ਇੱਥੇ ਆ ਕੇ ਆਪੋ ਆਪਣੇ ਕਰਮਾਂ ਦਾ ਹਿਸਾਬ ਦੇ ਰਹੇ ਹਨ। ਇਹਨਾਂ ਕਰਮਾਂ ਕਰਕੇ ਕਦੇ ਕੁੱਤਾ ਬਣਨਾ ਪੈਂਦਾ ਹੈ, ਬਿੱਲਾ ਬਣਨਾ ਪੈਂਦਾ ਹੈ, ਘੋੜਾ ਬਣਨਾ ਪੈਂਦਾ ਹੈ, ਗਧਾ ਬਣਨਾ ਪੈਂਦਾ ਹੈ, ਊਠ ਬਣਨਾ ਪੈਂਦਾ ਹੈ, ਕਦੇ ਇਨਸਾਨ ਦਾ ਜਾਮਾ ਵੀ ਮਿਲ ਜਾਂਦਾ ਹੈ। ਸੋ ਇਸ ਵਾਸਤੇ ਜਿੱਥੇ ਵੀ ਜਾਂਦੇ ਹਾਂ ਦੁੱਖ ਔਰ ਮੁਸੀਬਤਾਂ ਸਹਿਣੀਆਂ ਪੈਂਦੀਆਂ ਹਨ। ਗੁਰੂ ਨਾਨਕ ਸਾਹਿਬ ਕਹਿੰਦੇ 84 ਦਾ ਬਹੁਤ ਬੜਾ ਸਾਰਾ ਜੇਲ੍ਹ ਖਾਨਾ ਹੈ। ਇਸ ਦੇ ਅੰਦਰੋਂ ਪਰਮਾਤਮਾ ਨੇ ਨਿਕਲਣ ਦਾ ਕੇਵਲ ਇੱਕ ਦਰਵਾਜ਼ਾ ਰੱਖਿਆ ਹੈ। ਕਿਹੜਾ ਦਰਵਾਜ਼ਾ ਹੈ? ਇਨਸਾਨ ਦਾ ਜਾਮਾ ਹੈ। ਇਹ ਫਖਰ ਸਿਰਫ ਪਰਮਾਤਮਾ ਨੇ ਇਨਸਾਨ ਨੂੰ ਦਿੱਤਾ ਹੈ ਕਿ ਉਹ ਹਿੰਮਤ ਕਰਕੇ, ਮਾਲਕ ਦੀ ਭਗਤੀ ਕਰਕੇ, ਮਾਲਕ ਨਾਲ ਵਸਾਲ ਕਰਕੇ ਇਸ 84 ਦੇ ਜੇਲ੍ਹ ਖਾਨੇ ਚੋਂ ਨਿਕਲ ਸਕਦਾ ਹੈ। ਅਗਰ ਲਾਹਾ ਹੈ ਇਨਸਾਨ ਦੇ ਜਾਮੇ ਦਾ, ਕੇਵਲ ਮਾਲਕ ਦੀ ਭਗਤੀ, ਮਾਲਕ ਦਾ ਵਸਾਲ ਹੈ। ਬਾਲ ਬੱਚੇ ਤਾਂ ਹਰ ਜਾਮੇ ਵਿੱਚ ਮਿਲਦੇ ਆਏ ਹਨ। ਖਾਣਾ ਪੀਣਾ ਐਸ਼ੋ ਇਸ਼ਰਤ ਤੁਸੀਂ ਦੇਖੋ ਕਿਹੜੇ ਮੌਕੇ ਅਸੀਂ ਨਹੀਂ ਕਰ ਸਕੇ। ਅਗਰ ਕੋਈ ਅਨੋਖੀ ਚੀਜ਼ ਹੈ ਜਿਹੜੀ ਪਿੱਛੇ ਨਹੀਂ ਹਾਸਲ ਕਰ ਸਕੇ, ਹੁਣ ਹਾਸਲ ਕਰ ਸਕਦੇ ਹਾਂ, ਉਹ ਸਿਰਫ ਮਾਲਕ ਦੀ ਪ੍ਰਾਪਤੀ ਹੈ। ਇਸੇ ਵਾਸਤੇ ਚੌਥੀ ਪਾਤਸ਼ਾਹੀ ਨੇ ਕਿਹਾ ਸੀ, ਕਾਇਆ ਨਗਰ ਨਗਰ ਹੈ ਨੀਕੋ ਵਿਸੌਦਾ ਹਰ ਰਸ ਕੀਜੇ। ਭਰਾਵਾ ਤੇਰੀ ਦੇਹ ਬਹੁਤ ਖੂਬਸੂਰਤ ਸ਼ਹਿਰ ਹੈ, ਕਿਉਂਕਿ ਇਸ ਦੇ ਵਿੱਚ ਬੈਠ ਕੇ ਤੂੰ ਹਰੀ ਦਾ ਸੌਦਾ ਖਰੀਦ ਸਕਦਾ ਹੈ। ਇਹ ਸੌਦਾ ਹੋਰ ਕਿਸੇ ਜਾਮੇ ਅੰਦਰ ਬੈਠ ਕੇ ਆਪਾਂ ਨਹੀਂ ਖਰੀਦ ਸਕਦੇ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਉਸ ਮੰਜ਼ਿਲੇ ਮਕਸੂਦ ਨੂੰ ਅੱਖਾਂ ਅੱਗੇ ਰੱਖ, ਉਸ ਡੈਸਟੀਨੇਸ਼ਨ ਦੀ ਖੋਜ ਕਰ, ਉਸ ਰੂਹਾਨੀ ਸਫ਼ਰ ਨੂੰ ਤੈਅ ਕਰ, ਤਾਂ ਕਿ ਤੇਰਾ ਦੇਹ ਵਿੱਚ ਆਉਣ ਦਾ ਪਰਪਸ ਪੂਰਾ ਹੋ ਜਾਵੇ, ਮਕਸਦ ਪੂਰਾ ਹੋ ਜਾਵੇ। ਜਿਸ ਵਕਤ ਪਰਮਾਤਮਾ ਸਾਨੂੰ ਇਹ ਮੌਕਾ ਦਿੰਦਾ ਹੈ, ਅਸੀਂ ਜ਼ਿੰਦਗੀ ਦੇ ਅਸਲੀ ਪਰਪਸ ਔਰ ਮਕਸਦ ਨੂੰ ਬਿਲਕੁਲ ਭੁੱਲ ਜਾਂਦੇ ਹਾਂ। ਵਿਸ਼ਿਆਂ ਵਕਾਰਾਂ ਵਿੱਚ ਫਸ ਜਾਂਦੇ ਹਾਂ, ਸ਼ਰਾਬਾਂ ਕਬਾਬਾਂ ਵਿੱਚ ਫਸ ਜਾਂਦੇ ਹਾਂ, ਕੌਮਾਂ ਮਸਮਾਂ ਮੁਲਕਾਂ ਦੇ ਝਗੜਿਆਂ ਵਿੱਚ ਫਸ ਜਾਂਦੇ ਹਾਂ। ਧਨ ਦੌਲਤ ਦੀ ਸਾਡੇ ਅੰਦਰ ਭਟਕਣਾ ਪੈਦਾ ਹੋ ਜਾਂਦੀ ਹੈ। ਬਾਲ ਬੱਚਿਆਂ ਦੇ ਮੋਹ ਔਰ ਪਿਆਰ ਵਿੱਚ ਫਸ ਜਾਂਦੇ ਹਾਂ। ਇਤਨਾ ਇੰਦਰੀਆਂ ਦੇ ਭੋਗਾਂ ਦੇ ਗੁਲਾਮ ਹੋ ਜਾਂਦੇ ਹਾਂ। ਹੋਰ ਤਾਂ ਹੋਰ ਆਪਣੀ ਮੌਤ ਨੂੰ ਵੀ ਭੁੱਲ ਕੇ ਬੈਠ ਜਾਂਦੇ ਹਾਂ। ਰੋਜ਼ ਦੇਖਦੇ ਹਾਂ ਸਾਡੇ ਸਾਥੀ ਸਾਡਾ ਸਾਥ ਛੱਡੀ ਜਾ ਰਹੇ ਹਨ। ਇੱਕ ਇੱਕ ਦੇ ਸਾਥ ਹੋ ਕੇ ਖੁਦ ਸ਼ਮਸ਼ਾਨ ਘਾਟ ਤੇ ਉਹਨੂੰ ਦੇਖ ਕੇ ਆਉਂਦੇ ਹਾਂ। ਕਿਸੇ ਚੀਜ਼ ਤੇ ਉਹਦਾ ਸਾਥ ਨਹੀਂ ਦਿੱਤਾ। ਅੱਬਲ ਤਾਂ ਅਸੀਂ ਸੋਚਦੇ ਹਾਂ ਮੌਤ ਲੋਕਾਂ ਵਾਸਤੇ ਹੈ, ਸਾਡੇ ਵਾਸਤੇ ਹੈ ਹੀ ਨਹੀਂ। ਕਿਤੇ ਆ ਵੀ ਗਈ ਤਾਂ ਸ਼ਾਇਦ ਸਭ ਕੁਝ ਆਪਾਂ ਇਕੱਠਾ ਕਰਕੇ ਸਾਥ ਲੈ ਜਾਵਾਂਗੇ। ਇਸ ਵਾਸਤੇ ਮਹਾਤਮਾ ਗਫਲਤ ਦੀ ਨੀਂਦ ਤੋਂ ਬੇਦਾਰ ਕਰਦੇ ਹਨ। ਕਦੇ ਉਸ ਸਮੇਂ ਔਰ ਵਕਤ ਨੂੰ ਤਾਂ ਅੱਖਾਂ ਅੱਗੇ ਰੱਖ ਕੇ ਦੇਖਿਆ ਕਰੋ ਕਿਸ ਚੀਜ਼ ਨੇ ਤੁਹਾਡੀ ਸਹਾਇਤਾ ਕਰਨੀ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬਾਬਾ ਜਗ ਫਾਤਾ ਮਹਾਜਾਲ। ਇਹ ਦੁਨੀਆ ਦੇ ਜੀਅ ਤਾਂ ਬੜੀ ਬੁਰੀ ਤਰ੍ਹਾਂ ਕਾਲ ਦੇ ਜਾਲ ਵਿੱਚ ਫਸੇ ਹੋਏ ਹਨ। ਮਾਲਕ ਦਾ ਕਿਸੇ ਨੂੰ ਪਤਾ ਨਹੀਂ ਹੈ। ਮਾਲਕ ਦੀ ਭਗਤੀ ਤਰਫ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ। ਜੋ ਪਿੱਛੇ ਕਰਮ ਕੀਤੇ ਹਨ, ਰੋ ਪਿੱਟ ਕੇ ਉਹਨਾਂ ਨੂੰ ਹੁਣ ਭੁਗਤਣ ਲੱਗੇ ਹੋਏ ਹਨ। ਉਸੇ ਤਰ੍ਹਾਂ ਪੈੜੇ ਖੋਟੇ ਪਾਪ ਹੁਣ ਕਰੀ ਜਾਂਦੇ ਹਨ, ਭੁੱਲੇ ਬੈਠੇ ਹਨ। ਫਿਰ ਇਹਨਾਂ ਦਾ ਨਤੀਜਾ ਭੁਗਤਣ ਵਾਸਤੇ ਇਹਨਾਂ ਨੂੰ ਇੱਥੇ ਆਉਣਾ ਪੈਂਦਾ ਹੈ। ਇਸ ਵਾਸਤੇ ਆਪ ਫਰਮਾਉਂਦੇ ਹਨ ਕਿ ਜਿਹੜਾ ਅਸਲੀ ਪਰਪਸ ਸੀ ਇਨਸਾਨ ਦਾ ਜਾਮਾ ਹਾਸਲ ਕਰਨ ਦਾ, ਉਹ ਤਾਂ ਅਸੀਂ ਬਿਲਕੁਲ ਵਿਸਾਰ ਦਿੰਦੇ ਹਾਂ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਤੰਦੇ ਤਾਵਤ ਜਗ ਬਾਂਧਿਆ ਨਾ ਬੂਝੇ ਵਿਚਾਰ, ਜੰਮਣ ਮਰਨ ਵਿਸਾਰਿਆ ਮਨਮੁਖ ਮੁਗਧ ਗਵਾ।
ਅਸੀਂ ਦੁਨੀਆ ਦੇ ਜੀਵ ਕਿਤਨੇ ਮਨਮੁਖ ਹਾਂ, ਮੁਗਧ ਹਾਂ, ਗੁਵਾਰ ਹਾਂ, ਜਾਹਲ ਹਾਂ ਕਿ ਜਿਸ ਮਕਸਦ ਵਾਸਤੇ ਮਾਲਕ ਨੇ ਭੇਜਿਆ ਹੈ ਔਰ ਉਸ ਤਰਫ ਸੁਪਨੇ ਅੰਦਰ ਵੀ ਖਿਆਲ ਨਹੀਂ ਜਾਂਦਾ। ਪੇਟ ਦੇ ਧੰਦਿਆਂ ਵਾਸਤੇ, ਲੋਕਾਂ ਦੀਆਂ ਸ਼ਕਲਾਂ ਔਰ ਪਦਾਰਥਾਂ ਵਾਸਤੇ ਦਿਨ ਰਾਤ ਭਟਕਦੇ ਫਿਰਦੇ ਹਾਂ, ਦਿਨ ਰਾਤ ਤੜਫਦੇ ਫਿਰਦੇ ਹਾਂ। ਇਸ ਵਾਸਤੇ ਆਪ ਖਬਰਦਾਰ ਕਰਦੇ ਹਨ ਕਿ ਇਹ ਜਿਹੜਾ ਇਨਸਾਨ ਦਾ ਜਾਮਾ ਹੈ ਇਹ ਸੀढ़ी ਦਾ ਆਖਰੀ ਡੰਡਾ ਹੈ। ਹਿੰਮਤ ਕਰੋਗੇ ਆਪਣੇ ਮਕਾਨ ਦੀ ਛੱਤ ਤੇ ਚਲੇ ਜਾਓਗੇ। ਅਗਰ ਆਖਰੀ ਸੀढ़ी ਤੋਂ ਵੀ ਤੁਹਾਡਾ ਪੈਰ ਫਿਸਲਦਾ ਹੈ, सीधे नीचे आके गिरोगे, वापस 84 ਦੇ ਜੇਲ੍ਹ ਖਾਨੇ ਵਿੱਚ ਆ ਜਾਓਗੇ। इसी वास्ते स्वामी जी कहते इस घर से उस घर जाओ, तुन में अब सुरत लगाओ। जितना चिर परमात्मा ने थानू देह विच बैठण दा मौका दिता है, थानू असली घर की खोज कर लेनी चाहिए है। क्योंकि ये घर सानू छड्डना पैना है। 50-60 साल बाद छड्ड दोगे, 70-80 साल बाद छड्ड दोगे, लेकिन इस घर दे विच बैठ के जिहड़ा असली घर ढूंढ लवांगे वो साडा परमानेंट अबोर्ड है, उतों वापस नहीं आउणा पैना। इस घर विच बैठ के उस घर किस तरह पहुंचना है? शब्द दे जरिए, नाम दे जरिए। इसे वास्ते कबीर साहब कहते कबीरा मानुष जन्म दुर्लभ है, मिले न बारंबार, ज्यों फल पक पौंगे फिर ना लागे रा। दरख्त दे नालों एक फल पक के जमीन ते गिर जावे, आपां कितनी कोशिश करिए वो दरख्त दे नाल जुड़ नहीं सकता। इसी तरह अगर ये मौका एक दफा अपने हथों निकल जाता है, ये भी मौका फिर सानू बार बार कदे नहीं मिलता। इस वास्ते गुरु साहब कहते थानू सोच समझ के चलना चाहिए है। जिस परपज और मकसद वास्ते मालिक ने मौका दिता है उसको हमेशा अखां अगे रखना चाहिए है। इस पौड़ी ते जो नर चुका सो आए जाए दुख पाएंदा, कीता होवे तिस क्या कहिए, गुरमुख नाम पदार्थ लहिए। बड़ा सिस्टमैटिकली समझाते हैं कीता होवे तिस क्या कहिए। जिस परमात्मा ने सारी दुनिया की रचना की है, जिस परमात्मा ने सानू इतना कुछ दुनिया अंदर बख्शिया है, सब तो अच्छी चीज के इंसान का जामा बख्शिया है। गुरु साहब कहते जो कुछ उन्हें दिता है, जो कुछ उसने पैदा किया होया है, इहदी की महिमा करनी, इहदी की भगती करनी, इस दे नाल की प्यार करना। जिस मालिक ने रचना की है, जिस मालिक ने सानू दिता है, जिसकी इतनी साडे ते बख्शिश है, उहदी भगती करनी चाहिए है, उहदी खोज करनी चाहिए है, उहदे नाल प्यार करना चाहिए है। क्योंकि जो कुछ उसने किया होया है इन्हें तो नाश हो जाना है, इन्हें तो फना हो जाना है। गुरु साहब कहते हर बिन सब कुछ रोगी संतो, मालिक के बगैर सब रोग है, सब ने नाश हो जाना है। आसा दी वार विच आउंदा है कूड़ कूड़े लियो लगा विसरिया करतार, किस नाल कीचे दोस्ती सब जग चलन हार। ये जड़ा साडा जिस्म है ये भी कूड़ है। किसी को 50-60 साल वास्ते मिलिया है, 80-90 साल वास्ते मिलिया है। जितने श्वास बख्शे हैं भुगतन तो बाद को अग्नि दे सपुर्द करके चले जाता है, कोई मिट्टी दे सपुर्द करके चले जाता है। जदों शरीर ही साडा साथ नहीं दिंदा और दुनिया अंदर और केड़ी चीज साडा साथ दे सकती है। सो गुरु साहब कहते कूड़ हमेशा कूड़ दे ही मोह और प्यार विच फसिया रहिंदा है, परमात्मा नूं भुलिया बैठा है। इस वास्ते खबरदार करते हैं सब दी तरफ नजर मार के देख ला, कोई चीज तेरे भगती तेरे प्यार दे काबिल नहीं है। हर एक दे नाल लेने देने दा संबंध है, गरजां दा प्यार है। इसे वास्ते गुरु नानक साहब ने कहा सी माता पिता माया देश रोगी, रोगी कटम संजोगी। सब तो उपर आसान तेरे उत्ते माता पिता दा है। तेनू जन्म भी दिंदे हैं, तेरी परवरिश भी करते हैं, तेरे वास्ते दुख और मुसीबत भी उठाते हैं, लेकिन तेरी कोई सहायता भरावा नहीं कर सकते, तेरी कोई मदद नहीं कर सकते। जदों उन्हां दा वक्त आया उन्होंने भी तेरा साथ छड्ड के चले जाना है। और होर कहंदे हन ये जिहड़ी देह जिस दे कारण तेरा सारी दुनिया नाल तल्लक है, मैं हुणे अर्ज कीती सी, इहने भी तेरा साथ छड्ड देना है। अज गृह जायदाद मकान हवेलियां जमीनां जो भी साडे नाल रजिस्ट्रियां चढ़ियां होईयां हन, ये भी साडे नाल किसी ने नहीं रहन दित्तियां, असीं लोकां नाल नहीं रहन दित्तियां, साडे नाल साडे बाल बच्चों ने कदों रहन देणियां हन। ये भी इत्थों लईयां हन, आपां इत्थे ही छड्ड जाणियां हन।
कहते सब झूठा है, सब ने नाश हो जाना है, रोगी सगल संसारा, सब दुनिया ने नाश हो जाना है, सब दुनिया ने फना हो जाना है। सिर्फ एक चीज है तेरी भगती दे काबल है, तेरे प्यार दे काबल है, वो परमात्मा है, वो परमेश्वर है। जिहड़ा अपना है ਉਹਨੂੰ ਅਸੀਂ अपना समझते नहीं, अपनी बनाने की कोशिश नहीं करते। ਜਿਹੜੇ अपने बन नहीं सकते, अपने है नहीं, उन्होंने अपना समझी बैठे हाँ, उन्होंने अपना बनाने वास्ते दिन रात भटकते और तड़फते फिरते हाँ। उस अपने नूं अपना किस तरह बनाना है, आप फरमाउंदे हन, गुरमुख नाम पदार्थ लईए। गुरमुखां कोल जाके शब्द की कमाई करके, नाम की कमाई करके। इसे वास्ते तीसरी पातशाही ने कहा सी, संतो गुरमुख पूरा पाई, नामो पूज कराई। तेनू कोई मालिक दा भगत और प्यारा मिल जावे, नाम की कमाई करन दा तरीका दस देवे, तां तू मालिक की भगती कर सकदा है, तां तू मालिक दे नाल वसाल कर सकदा है। सो जदों दी असी मालिक दी भगती अंदर कामयाब हो सकते हाँ, गुरु साहब कहंदे केवल शब्द की कमाई करके, नाम की कमाई करके। इसे वास्ते कहंदे शब्द मरे सो मर रहे, फिर मरे न दूजी वाह। ਜਿਹੜੇ ਉੱਠਦੇ ਬੈਠਦੇ ਚਲਦੇ ਫਿਰਦੇ ਆਪਣੇ ਖਿਆਲ ਨੂੰ ਸ਼ਬਦ ਔਰ ਨਾਮ ਦੇ ਨਾਲ ਜੋੜ ਲੈਂਦੇ ਹਨ, ਉਹ ਹਮੇਸ਼ਾ ਵਾਸਤੇ ਮਰ ਜਾਂਦੇ ਹਨ। ਉਹਨਾਂ ਨੂੰ ਬਾਰ-ਬਾਰ ਕਦੇ ਵੀ ਮਰਨ ਜੰਮਣ ਦੇ ਦੁੱਖਾਂ ਵਿੱਚ ਨਹੀਂ ਆਉਣਾ ਪੈਂਦਾ। ਗੁਰੂ ਸਾਹਿਬ ਕਹਿੰਦੇ ਸ਼ਬਦ ਮਰੇ ਸੋਈ ਜਨ ਪੂਰਾ, ਸਤਿਗੁਰ ਆਖ ਸੁਨਾਏ ਸੂਰਾ। ਸਾਡੇ ਸੂਰਮੇ ਬਹਾਦਰ ਸਤਿਗੁਰ ਨੇ ਸਾਨੂੰ ਇਹੋ ਉਪਦੇਸ਼ ਦਿੱਤਾ ਹੈ ਕਿ ਜਿਹੜਾ ਸ਼ਬਦ ਦੇ ਅੰਦਰ ਮਰ ਜਾਂਦਾ ਹੈ, ਆਪਣੀ ਹਸਤੀ ਨੇਸ ਤੋਂ ਨਬੂਦ ਕਰ ਦਿੰਦਾ ਹੈ, ਉਹ ਪੂਰਾ ਹੋ ਜਾਂਦਾ ਹੈ, ਪੂਰਨ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ, ਪਿਓਰ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ, ਮਾਲਿਕ ਦੇ ਮਿਲਣ ਦੇ ਕਾਬਲ ਬਣ ਜਾਂਦਾ ਹੈ। इस वास्ते कहते जिन अंतर शब्द आप पछाणे, गत में तिन ही पाई। जिहड़े अंदरों शब्द नूं पकड़ के अपने आप नूं पहचानते हैं, असली गति असली मालिक दे मिलन की जांच उन्हां ही गुरमुखां नूं प्राप्त होनी है। ये मनुआ सुन समाज लगाए, ज्योति जोत मलाई। उन्हां दा मन वापस ब्रह्म त्रिकुटी अपने ठिकाने ते पहुंच जाता है, उन्हां दी ज्योति जाके वापस जोत विच रल जाती है। सो जेड़ी चीज सानू देह दियां बंधना तो हमेशा वास्ते आजाद करती है, वो गुरु साहब कहते केवल शब्द की कमाई है, नाम की कमाई है। इसे वास्ते स्वामी जी ने कहा सी, गुर कहीं खोल कर पाई, लग शब्द अनाहद जाई, बिन शब्द अपाओ न दूजा, काया का छोटे लकूजा। अच्छी तरह गुरु साहब कहते मन विच बिठा लो कि शब्द और नाम की कमाई तो बगैर कोई अपाओ और तरीका नहीं है कि तुसी देह दे बंधना तो छुटकारा हासिल कर सको। इस वास्ते कहते हैं बिन शब्दे अंतरा नेरा, न वस्त लहे न चूके फेरा। शब्द की कमाई तो बगैर कदे अज्ञानता का नेरा साडे अंदरों दूर नहीं होना, कदे परमात्मा नहीं मिलना, कदे किसी का देह दे बंधना तो छुटकारा नहीं होना। इसे वास्ते महात्मा की बाणी शब्द ही शब्द पुकारती है, नाम ही नाम पुकारती है। जिस शब्द और नाम की आप इतनी महिमा करके आए हैं, मैं पीछे इशारा किया है, वो कोई लफ्ज नहीं है, वो क्रिएटिव पावर है जिसने दुनिया की रचना पैदा की है, जिसके आधार खंड ब्रह्मंड खड़े हैं। क्योंकि गुरु साहब ने कहा सी, नामे ही ते सब कुछ हुआ। और जो कुछ तुसी दुनिया अंदर अखां नाल देखते हो, नाम ने पैदा किया है। हुण जिस चीज ने दुनिया की रचना पैदा की है, जिसके आधार खंड ब्रह्मंड खड़े हैं, तुसी सोचो साडे लफ्ज किस तरह हो सकते हैं। वो क्रिएटिव पावर लिखण विच किस तरह आ सकती है, बोलण विच किस तरह आ सकती है, सुनण विच किस तरह आ सकती है। वो तां उस क्योंकि उहदी हिस्टरी कोई नहीं ट्रेस कर सकता, म्याद कोई नहीं मुकर्रर कर सकता। ये जिहड़े साडे लफ्ज हैं, आपो अपने प्यार विच आके आप आखरी नाम मालिक दे रखे हुए हैं। ये वर्णात्मक शब्द हैं, लिखण विच आउंदे हैं, पढ़न विच आउंदे हैं, बोलण विच आउंदे हैं। हर एक दी हिस्टरी ट्रेस कर लो, म्याद मुकर्रर कर लो, टाइम मुकर्रर कर लो। ये साडे मीन्स हैं, वो साडा एंड और ऑब्जेक्ट है। लफ्ज़ां नाल प्यार पा के कदे कौमां मसबां मुल्कां दे खोल नहीं अपने उत्ते झाड़ने चाहिए, बल्कि जिस चीज़ की लफ्ज़ महिमा करते हैं, उस चीज़ नूं अपने अंदरों हासिल करने की कोशिश करनी है।
ਮਾਤਾ ਦਾ ਬੱਚੇ ਨਾਲ ਭਗਤੀ ਦਾ ਰਿਸ਼ਤਾ ਹੈ, ਪ੍ਰੇਮ ਦਾ ਰਿਸ਼ਤਾ ਹੈ, ਪਿਆਰ ਦਾ ਰਿਸ਼ਤਾ ਹੈ, ਲਫ਼ਜ਼ਾਂ ਦਾ ਰਿਸ਼ਤਾ ਨਹੀਂ ਹੁੰਦਾ। ਉਹ ਕਿਸੇ ਲਫ਼ਜ਼ ਨਾਲ ਆਪਣੇ ਬੱਚੇ ਨੂੰ ਯਾਦ ਕਰ ਸਕਦੀ ਹੈ। ਸੋ ਆਤਮਾ ਔਰ ਪਰਮਾਤਮਾ ਦਾ ਜਿਹੜਾ ਰਿਸ਼ਤਾ ਹੈ, ਮੈਂ ਅਰਜ਼ ਕੀਤੀ ਸੀ, ਭਗਤੀ ਦਾ ਰਿਸ਼ਤਾ ਹੈ, ਇਸ਼ਕ ਔਰ ਪਿਆਰ ਦਾ ਰਿਸ਼ਤਾ ਹੈ। ਅਸੀਂ ਕਿਸੇ ਲਫ਼ਜ਼ ਨਾਲ ਉਸ ਪਰਮਾਤਮਾ ਨੂੰ ਯਾਦ ਕਰ ਸਕਦੇ ਹਾਂ। ਸੋ ਲਫ਼ਜ਼ਾਂ ਨਾਲ ਨਹੀਂ ਵੱਜਣਾ ਚਾਹੀਦਾ, ਪਿਆਰ ਨਾਲ ਵੱਜਣਾ ਚਾਹੀਦਾ ਹੈ, ਭਗਤੀ ਨਾਲ ਵੱਜਣਾ ਚਾਹੀਦਾ ਹੈ। ਔਰ ਉਹ ਸ਼ਬਦ ਔਰ ਨਾਮ ਮੈਂ ਪਿੱਛੇ ਅਰਜ਼ ਕੀਤੀ ਸਾਡੇ ਸਰੀਰ ਦੇ ਅੰਦਰ ਹੈ, ਸਾਡੀ ਦੇਹ ਔਰ ਵਜੂਦ ਦੇ ਅੰਦਰ ਹੈ। ਗੁਰੂ ਸਾਹਿਬ ਕਹਿੰਦੇ 9 ਦਰਵਾਜ਼ੇ 10ਵੇਂ ਮੁਕਤਾ ਅਨਹਦ ਸ਼ਬਦ ਵਜਾਮਣਿਆ। ਅੱਖਾਂ ਤੋਂ ਨੀਚੇ ਨੀਚੇ ਇੰਦਰੀਆਂ ਦੇ ਭੋਗ ਹਨ, ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਹਨ। ਜਿਹੜਾ ਮਾਲਿਕ ਨੇ ਘਰ ਦਾ ਦਰਵਾਜ਼ਾ ਹੈ ਉਹ ਅੱਖਾਂ ਦੇ ਪਿੱਛੇ ਲਗਾਇਆ ਹੋਇਆ ਹੈ। ਉਹਦੀ ਨਿਸ਼ਾਨੀ ਕੀ ਰੱਖੀ ਹੈ? ਉੱਥੇ ਦਿਨ ਰਾਤ ਅਨਹਦ ਸ਼ਬਦ ਤੁਨਕਾਰਾਂ ਦੇਣ ਲੱਗਾ ਹੋਇਆ ਹੈ। ਸੋ ਜਿਤਨਾ ਚਿਰ ਸੁਰਤ ਅੱਖਾਂ ਪਿੱਛੇ ਆ ਕੇ ਉਸ ਅਨਹਦ ਸ਼ਬਦ ਨੂੰ ਅੰਦਰੋਂ ਨਹੀਂ ਪਕੜਦੀ, ਕੋਈ ਮੁਕਤੀ ਕਿਸ ਤਰ੍ਹਾਂ ਹਾਸਲ ਕਰ ਸਕਦਾ ਹੈ? ਕਿਸੇ ਦਾ ਮਰਨ ਜੰਮਣ ਦੇ ਦੁੱਖਾਂ ਤੋਂ ਛੁਟਕਾਰਾ ਕਿਸ ਤਰ੍ਹਾਂ ਹੋ ਸਕਦਾ ਹੈ? ਸੋ ਮਹਾਤਮਾ ਉਸ ਸ਼ਬਦ ਦੀ ਮਹਿਮਾ ਕਰਦੇ ਹਨ, ਉਸ ਨਾਮ ਦੀ ਮਹਿਮਾ ਕਰਦੇ ਹਨ। ਗ੍ਰੰਥਾਂ, ਪੋਥੀਆਂ, ਵੇਦਾਂ, ਸ਼ਾਸਤਰਾਂ ਵਿੱਚ ਮਹਾਤਮਾ ਨੇ ਉਸ ਸ਼ਬਦ ਔਰ ਨਾਮ ਦੀ ਮਹਿਮਾ ਲਿਖੀ ਹੋਈ ਹੈ। ਇਹਨਾਂ ਨੂੰ ਪੜ੍ਹਨ ਦੇ ਨਾਲ ਉਸ ਨਾਮ ਦੀ ਕਮਾਈ ਕਰਨ ਦਾ ਤਰੀਕਾ ਔਰ ਸਾਧਨ ਪਤਾ ਲੱਗ ਜਾਂਦਾ ਹੈ, ਸ਼ੌਕ ਔਰ ਪਿਆਰ ਪੈਦਾ ਹੋ ਜਾਂਦਾ ਹੈ। ਲੇਕਿਨ ਉਹ ਸ਼ਬਦ ਔਰ ਨਾਮ ਗ੍ਰੰਥਾਂ, ਪੋਥੀਆਂ ਚੋਂ ਨਹੀਂ ਮਿਲਦਾ, ਮੰਦਰਾਂ, ਮਸਜਿਦਾਂ, ਗੁਰਦੁਆਰਿਆਂ, ਸਤਸੰਗਾਂ ਚੋਂ ਨਹੀਂ ਮਿਲਦਾ। ਉਹ ਸਾਨੂੰ ਸਾਡੇ ਸਰੀਰ ਚੋਂ ਮਿਲਦਾ ਹੈ, ਸਾਨੂੰ ਸਾਡੀ ਦੇਹ ਔਰ ਸਾਡੇ ਵਜੂਦ ਚੋਂ ਮਿਲਦਾ ਹੈ। ਇਸ ਵਾਸਤੇ ਅਸੀਂ ਜਦੋਂ ਉਹਨਾਂ ਦੇ ਕਹਿਣ ਦੇ ਮੁਤਾਬਕ ਸਰੀਰ ਦੇ ਅੰਦਰ ਵੜ ਕੇ ਰਿਸਰਚ ਕਰਦੇ ਹਾਂ ਤਾਂ ਅਸੀਂ ਖਿਆਲ ਨੂੰ ਅੰਦਰੋਂ ਸ਼ਬਦ ਦੇ ਨਾਲ ਜੋੜ ਸਕਦੇ ਹਾਂ, ਨਾਮ ਦੇ ਨਾਲ ਜੋੜ ਸਕਦੇ ਹਾਂ। ਸੋ ਮਹਾਤਮਾ ਉਹ ਸੱਚੇ ਨਾਮ ਦੀ ਮਹਿਮਾ ਕਰਦੇ ਹਨ। ਇਸ ਵਾਸਤੇ ਕਹਿੰਦੇ ਉਹ ਗੁਰਮੁਖਾਂ ਤੋਂ ਪਤਾ ਲੱਗਦਾ ਹੈ, ਸਾਧੂ ਸੰਤਾਂ ਮਹਾਤਮਾ ਤੋਂ ਉਹਦਾ ਤਰੀਕਾ ਪਤਾ ਲੱਗਦਾ ਹੈ। ਇਸੇ ਵਾਸਤੇ ਪੰਜਵੀਂ ਪਾਤਸ਼ਾਹੀ ਨੇ ਕਿਹਾ ਸੀ, ਜਿਸਕਾ ਗ੍ਰਹਿ ਤਿਨ ਦਿਆ ਤਾਲਾ ਕੁੰਜੀ ਗੁਰਸੋਂ ਪਾਈ, ਅਨਕ ਅਪਾਓ ਕਰੇ ਨਹੀਂ ਪਾਏ ਬਿਨ ਸਤਗੁਰ ਸਰਨਾਈ। ਜਿਸ ਪਰਮੇਸ਼ਵਰ ਨੇ ਸਾਨੂੰ ਪੈਦਾ ਕੀਤਾ ਹੈ ਉਹਨੇ ਨਾਮ ਰੂਪੀ ਦੌਲਤ ਸਾਡੇ ਅੰਦਰ ਸਾਡੀ ਖਾਤਰ ਰੱਖ ਕੇ ਉਸ ਦਾ ਭੇਦ ਗੁਰਮੁਖਾਂ ਦੇ ਹਵਾਲੇ ਕਰ ਦਿੱਤਾ ਹੈ। ਮਨ ਬੁੱਧੀ ਨਾਲ ਕਿਤਨਾ ਉਸ ਚੀਜ਼ ਨੂੰ ਅੰਦਰੋਂ ਆਪਾਂ ਢੂੰਡਣ ਦੀ ਕੋਸ਼ਿਸ਼ ਕਰੀਏ, ਅਸੀਂ ਕਦੇ ਕਾਮਯਾਬ ਨਹੀਂ ਹੋ ਸਕਦੇ ਜਿਤਨਾ ਚਿਰ ਗੁਰਮੁਖਾਂ ਦੀ ਸ਼ਰਨ ਕਿ ਉਹਨਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਨਹੀਂ ਚੱਲਦੇ। ਤੁਸੀਂ ਦੇਖ ਲਓ, ਡਾਕਟਰ ਦੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਹਨ, ਲਾਇਬ੍ਰੇਰੀਆਂ ਭਰੀਆਂ ਹੋਈਆਂ ਹਨ, ਲੇਕਿਨ ਕਦੇ ਕੋਈ ਐਸਾ ਸ਼ਖਸ ਨਹੀਂ ਮਿਲੇਗਾ ਜਿਹੜਾ ਕਿਤਾਬਾਂ ਪੜ੍ਹ ਕੇ ਡਾਕਟਰ ਹੋ ਗਿਆ ਹੋਵੇ, ਇੰਜੀਨੀਅਰਾਂ ਦੀਆਂ ਕਿਤਾਬਾਂ ਪੜ੍ਹ ਕੇ ਇੰਜੀਨੀਅਰ ਹੋ ਗਿਆ ਹੋਵੇ, ਜਾਂ ਵਕੀਲਾਂ ਦੀਆਂ ਕਿਤਾਬਾਂ ਪੜ੍ਹ ਕੇ ਵਕੀਲ ਹੋ ਗਿਆ ਹੋਵੇ। 15-15, 20-20 ਸਾਲ ਸਕੂਲਾਂ ਕਾਲਜਾਂ ਵਿੱਚ ਜਾ ਕੇ ਉਸ ਕਿਸੇ ਨਾ ਕਿਸੇ ਡਾਕਟਰ ਦੀ, ਵਕੀਲ ਦੀ ਪ੍ਰੈਕਟੀਕਲ ਟ੍ਰੇਨਿੰਗ ਲੈਣੀ ਪੈਂਦੀ ਹੈ, ਤਾਂ ਜਾ ਕੇ ਉਸ ਇਲਮ ਦੀ ਸਾਨੂੰ ਵਾਕਫੀ ਹੁੰਦੀ ਹੈ। ਰੂਹਾਨੀਅਤ ਦਾ ਤਾਂ ਐਸਾ ਮਸਲਾ ਹੈ ਕਿ ਗੁਰਮੁਖਾਂ ਤੋਂ ਬਗੈਰ ਸਾਨੂੰ ਕਦਮ ਇੱਕ ਚੱਲਣਾ ਮੁਸ਼ਕਲ ਹੋ ਜਾਂਦਾ ਹੈ। ਬੇਸ਼ੱਕ ਗੁਰਮੁਖਾਂ ਨੇ ਸਾਡੇ ਅੰਦਰ ਘੋਲ ਕੇ ਕੁਝ ਨਹੀਂ ਪਾਉਣਾ, ਸਭ ਕੁਝ ਮਾਲਿਕ ਨੇ ਸਾਡੇ ਅੰਦਰ ਸਾਡੀ ਹੀ ਖਾਤਰ ਰੱਖਿਆ ਹੋਇਆ ਹੈ, ਲੇਕਿਨ ਅੰਦਰ ਵੜ ਕੇ ਰਿਸਰਚ ਕਿਸ ਤਰ੍ਹਾਂ ਕਰਨੀ ਹੈ, ਖੋਜ ਕਿਸ ਤਰ੍ਹਾਂ ਕਰਨੀ ਹੈ, ਉਸ ਦੇ ਨਾਲ ਖਿਆਲ ਕਿਸ ਤਰ੍ਹਾਂ ਜੋੜਨਾ ਹੈ, ਇਹ ਤਰੀਕਾ ਔਰ ਸਾਧਨ ਸਾਨੂੰ ਗੁਰਮੁਖਾਂ ਤੋਂ ਪਤਾ ਲੱਗਦਾ ਹੈ, ਸਾਧੂ ਸੰਤਾਂ ਮਹਾਤਮਾ ਤੋਂ ਪਤਾ ਲੱਗਦਾ ਹੈ। ਇਸ ਵਾਸਤੇ ਪੰਜਵੀਂ ਪਾਤਸ਼ਾਹੀ ਕਹਿੰਦੇ ਹਨ, ਗੁਰਮੁਖ ਨਾਮ ਪਦਾਰਥ ਲਈਏ। ਗੁਰਮੁਖਾਂ ਕੋਲ ਜਾ ਕੇ ਉਹ ਸ਼ਬਦ ਦੀ ਕਮਾਈ ਕਰਨੀ ਹੈ, ਨਾਮ ਦੀ ਕਮਾਈ ਕਰਨੀ ਹੈ, ਤਾਂ ਕਿ ਜਿਸ ਪਰਮਾਤਮਾ ਨੇ ਸਾਨੂੰ ਇਤਨਾ ਕੁਝ ਦੁਨੀਆ ਅੰਦਰ ਬਖਸ਼ਿਆ ਹੈ, ਅਸੀਂ ਉਸ ਦੀ ਭਗਤੀ ਕਰ ਸਕੀਏ, ਉਸ ਦੀ ਭਗਤੀ ਦੇ ਅੰਦਰ ਕਾਮਯਾਬ ਹੋ ਸਕੀਏ। ਤਿਸ ਕਿਆ ਕਹੀਏ, ਗੁਰਮੁਖ ਨਾਮ ਪਦਾਰਥ ਲਈਏ। ਜਿਸ ਆਪ ਭੁਲਾਏ ਸੋਈ ਭੁਲਾਏ, ਸਭ ਬੁਝੇ ਜਿਸ ਬੁਝਾਇਂਦਾ। ਗੁਰੂ ਨਾਨਕ ਸਾਹਿਬ ਦੇ ਘਰ ਦਾ ਕੋਈ ਸ਼ਬਦ ਹੋਵੇ, ਇਹ ਤੁਕ ਵੀ ਜ਼ਰੂਰ ਇੱਕ ਆਵੇਗੀ ਕਿ ਹਰ ਇੱਕ ਚੀਜ਼ ਪਰਮਾਤਮਾ ਦੇ ਹੱਥ ਵਿੱਚ ਹੈ। ਜਿਹਨੂੰ ਉਹ ਮਿਲਣਾ ਚਾਹੁੰਦਾ ਹੈ ਉਸੇ ਨੂੰ ਉਹ ਮਿਲਦਾ ਹੈ, ਜਿਨ੍ਹਾਂ ਨੂੰ ਉਹ ਨਹੀਂ ਮਿਲਣਾ ਚਾਹੁੰਦਾ ਇੱਥੇ ਭਰਮਾਂ ਵਿੱਚ ਫਸ ਕੇ ਭਲਾਈ ਲਿਖਦਾ ਹੈ।
ਸੋ ਗੁਰੂ ਨਾਨਕ ਸਾਹਿਬ ਨੇ ਪਿਛਲੀਆਂ ਤੁਕਾਂ ਦੇ ਅੰਦਰ ਅੱਛੀ ਤਰ੍ਹਾਂ ਗੁਰਮਤ ਬਿਆਨ ਕਰ ਦਿੱਤਾ, ਗੁਰੂ ਨਾਨਕ ਸਾਹਿਬ ਦੇ ਘਰ ਦੇ ਉਪਦੇਸ਼ ਦੇ ਮੁਤਲਕ ਸਮਝਾ ਦਿੱਤਾ। ਲੇਕਿਨ ਹੁਣ ਮਾਲਕ ਦੀ ਤਰਫ ਆਉਂਦੇ ਹਨ। ਜਿਤਨਾ ਚਿਰ ਮਾਲਕ ਦੀ ਦਇਆ ਮਿਹਰ ਬਖਸ਼ਿਸ਼ ਨਹੀਂ ਹੁੰਦੀ, ਗੁਰੂ ਸਾਹਿਬ ਕਹਿੰਦੇ ਕੋਈ ਵੀ ਉਸ ਪਰਮਾਤਮਾ ਦੀ ਭਗਤੀ ਨਹੀਂ ਕਰ ਸਕਦਾ। ਜਿਹਨੂੰ ਮਿਲਣਾ ਚਾਹੁੰਦਾ ਹੈ ਉਸੇ ਨੂੰ ਹੀ ਮਿਲੇਗਾ, ਜਿਹਨੂੰ ਨਹੀਂ ਮਿਲਣਾ ਚਾਹੁੰਦਾ ਗੁਰੂ ਸਾਹਿਬ ਕਹਿੰਦੇ ਇੱਥੇ ਭਰਮਾਂ ਵਿੱਚ ਫਸ ਕੇ ਤੁਹਾਨੂੰ ਭੁਲਾਈ ਰੱਖੇਗਾ। ਇਸੇ ਵਾਸਤੇ ਲਿਖਦੇ ਹਨ, ਜਿਸ ਨੂੰ ਦੇ ਸੋਈ ਜਨ ਪਾਏ, ਹੋਰ ਕੋਈ ਕਿਆ ਕਰੇ ਚਤਰਾਈ। ਜਿਹਦੇ ਤੇ ਬਖਸ਼ਿਸ਼ ਕਰਦਾ ਹੈ ਉਹਨੂੰ ਹੀ ਨਾਲ ਮਿਲਣ ਦੀ ਵਡਿਆਈ ਦਿੰਦਾ ਹੈ। ਇੱਥੇ ਕਿਸੇ ਦੀ ਚਤਰਾਈ, ਕਿਸੇ ਦੀ ਬੁੱਧੀ, ਕਿਸੇ ਦੀ ਅਕਲ ਕੰਮ ਹੀ ਨਹੀਂ ਦਿੰਦੀ। ਇਸੇ ਵਾਸਤੇ ਕਹਿੰਦੇ ਸਾਚਾ ਭਾਵੇ ਸਾ ਪੂਜਾ ਹੋਵੇ। ਭਰਾਵਾ ਉਸ ਮਾਲਕ ਨੂੰ ਭਾਵੇਗਾ, ਮਾਲਕ ਨੂੰ ਮਨਜ਼ੂਰ ਹੋਵੇਗਾ ਤਾਂ ਅਸੀਂ ਉਸ ਮਾਲਕ ਦੀ ਭਗਤੀ ਕਰ ਸਕਦੇ ਹਾਂ। ਗੁਰੂ ਸਾਹਿਬ ਕਹਿੰਦੇ ਆਪਨ ਲੀਏ ਜੇ ਮਿਲੇ ਵਿਛੜ ਕਿਉ ਰੋਵਨ। ਅਗਰ ਜੀਵ ਦੇ ਹੀ ਇਖਤਿਆਰ ਹੋਵੇ ਆਪਣੇ ਆਪ ਜਾ ਕੇ ਪਰਮਾਤਮਾ ਨੂੰ ਮਿਲ ਸਕੇ, ਗੁਰੂ ਸਾਹਿਬ ਕਹਿੰਦੇ ਕਿਹੜਾ ਦਿਲ ਕਰਦਾ ਹੈ ਮਾਲਕ ਦੇ ਕੋਲੋਂ ਇੱਥੇ ਵਿਛੜਦਾ ਫਿਰ, ਇੱਥੇ ਵਿਛੜ ਕੇ ਰੋਂਦਾ ਫਿਰੇ, ਬਿਲਕਦਾ ਫਿਰੇ। ਸਾਡੇ ਕਿਸੇ ਜੀਵ ਦੇ ਇਖਤਿਆਰ ਹੀ ਨਹੀਂ ਹੈ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ ਹਨ, ਖੁਦ ਆਪ ਫਰਮਾਉਂਦੇ ਹਨ, ਆਪੇ ਪਰਖੇ ਪਰਖਣ ਹਾਰਾ ਬਹੁਤ ਸੁਲਾਕ ਨਾ ਹੋਈ। ਪਰਖਣ ਵਾਲਾ ਵੀ ਉਹ ਪਰਮਾਤਮਾ ਹੈ, ਜਿਸ ਨੂੰ ਪਰਖਣਾ ਹੈ ਉਹਦੇ ਅੰਦਰ ਵੀ ਉਹ ਪਰਮਾਤਮਾ ਖੁਦ ਬੈਠਾ ਹੋਇਆ ਹੈ। ਪਰਖ ਦੇ ਕਾਬਲ ਬਣਾਉਣ ਵਾਲਾ ਵੀ ਉਹ ਪਰਮਾਤਮਾ ਹੈ। ਆਪ ਮਿਸਾਲ ਦਿੰਦੇ ਹਨ, ਜਿਸ ਤਰ੍ਹਾਂ ਪੁਰਾਣੇ ਜ਼ਮਾਨਿਆਂ ਦੇ ਅੰਦਰ ਚਾਂਦੀ ਦੇ ਰੁਪਏ ਲੈ ਕੇ ਆਪਾਂ ਖਜ਼ਾਨਚੀ ਕੋਲ ਜਾਂਦੇ ਸੀ। ਖਜ਼ਾਨਚੀ ਅੱਛੀ ਤਰ੍ਹਾਂ ਉਹਨਾਂ ਰੁਪਇਆਂ ਨੂੰ ਖੜਕਾਉਂਦਾ ਸੀ। ਅਗਰ ਖੋਟਾ ਸੀ ਟੱਕ ਲਾ ਕੇ ਵਾਪਸ ਕਰ ਦਿੰਦਾ ਸੀ, ਖਰਾ ਸੀ ਉਹਨੂੰ ਖਜ਼ਾਨੇ ਵਿੱਚ ਦਾਖਲ ਕਰ ਲੈਂਦਾ ਸੀ। ਗੁਰੂ ਨਾਨਕ ਸਾਹਿਬ ਕਹਿੰਦੇ ਹਰ ਇੱਕ ਨੂੰ ਇਨਸਾਨ ਦੇ ਜਾਮੇ ਤੋਂ ਬਾਅਦ ਮਾਲਕ ਨੇ ਅੱਛੀ ਤਰ੍ਹਾਂ ਪਰਖਣਾ ਹੈ। ਅਗਰ ਅਸੀਂ ਉਸ ਦੇ ਪਰਖ ਦੇ ਕਾਬਲ ਬਣ ਗਏ ਹਾਂ, ਉਹ ਸਾਨੂੰ ਆਪਣੇ ਖਜ਼ਾਨੇ ਵਿੱਚ ਦਾਖਲ ਕਰ ਲੈਂਦਾ ਹੈ। ਅਗਰ ਨਹੀਂ ਬਣੇ ਸਾਨੂੰ ਵਾਪਸ 84 ਵਿੱਚ ਭੇਜ ਦਿੰਦਾ ਹੈ। ਲੇਕਿਨ ਉਹ ਸਾਨੂੰ ਪਰਖ ਦੇ ਕਾਬਲ ਕਿਸ ਤਰ੍ਹਾਂ ਬਣਾਉਂਦਾ ਹੈ? ਗੁਰੂ ਸਾਹਿਬ ਕਹਿੰਦੇ ਜਿਸ ਕੋ ਨਜ਼ਰ ਪਈ ਗੁਰ ਮੇਲੇ ਪ੍ਰਭ ਪਾਣਾ ਸੱਚ ਸੋਈ। ਜਿਸ ਤੇ ਉਹ ਪ੍ਰਮਾਤਮਾ ਦਇਆ ਮਿਹਰ ਬਖਸ਼ਿਸ਼ ਕਰਨਾ ਚਾਹੁੰਦਾ ਹੈ ਉਹਨੂੰ ਗੁਰਮੁਖਾਂ ਦੀ ਸੰਗਤ ਔਰ ਸੋਭਤ ਦੇ ਦਿੰਦਾ ਹੈ। ਫਿਰ ਜਦੋਂ ਉਹ ਮਾਲਕ ਦੇ ਭਾਣੇ ਵਿੱਚ ਰਹਿ ਕੇ ਸ਼ਬਦ ਦੀ ਕਮਾਈ ਕਰਦਾ ਹੈ, ਉਹ ਮਾਲਕ ਦੇ ਪਰਖ ਦੇ ਕਾਬਲ ਹੋ ਜਾਂਦਾ ਹੈ। ਸੋ ਪਰਖ ਦੇ ਕਾਬਲ ਬਣਾਉਣ ਵਾਲਾ ਵੀ ਉਹ ਹੀ ਹੈ। ਜਿਹਨੂੰ ਪਰਖਣਾ ਹੈ ਉਹਦੇ ਵਿੱਚ ਵੀ ਉਹ ਪਰਮਾਤਮਾ ਬੈਠਾ ਹੋਇਆ ਹੈ, ਔਰ ਪਰਖਣ ਵਾਲਾ ਵੀ ਉਹ ਖੁਦ ਹੀ ਪਰਮਾਤਮਾ ਹੈ। ਜੋ ਕੁਛ ਹੈ ਉਸ ਮਾਲਕ ਦੇ ਹੱਥ ਵਿੱਚ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਜੀਵਨ ਮਰਨਾ ਸਭ ਤੁਧੇ ਤਾਈ, ਜਿਸ ਬਖਸ਼ੇ ਤਿਸ ਦੇ ਵਡਿਆਈ। ਐ ਪਰਮਾਤਮਾ ਹਰ ਇੱਕ ਦਾ ਮਰਨਾ ਜੰਮਣਾ ਤੇਰੇ ਆਪਣੇ ਹੱਥ ਵਿੱਚ ਹੈ। ਜਿਹਦੇ ਤੇ ਬਖਸ਼ਿਸ਼ ਕਰਦਾ ਹੈ ਨਾਲ ਮਿਲਣ ਦੀ ਵਡਿਆਈ ਦੇ ਦਿੰਦਾ ਹੈ। ਬਾਕੀ ਇੱਥੇ ਹੀ ਪੰਬਲ ਪੂਸੇ ਖਾਂਦੇ ਰਹਿੰਦੇ ਹਨ। ਕਿਉਂਕਿ ਤੁਸੀਂ ਦੇਖੋ ਅੰਧੇ ਦੀ ਕੀ ਤਾਕਤ ਆ ਅੱਖਾਂ ਵਾਲੇ ਨੂੰ ਪਕੜ ਸਕੇ। ਜਿਤਨਾ ਚਿਰ ਅੱਖਾਂ ਵਾਲਾ ਅੰਧੇ ਨੂੰ ਆਵਾਜ਼ ਦੇ ਕੇ ਆਪਣੇ ਨਜ਼ਦੀਕ ਨਹੀਂ ਬੁਲਾਉਂਦਾ, ਉਂਗਲੀ ਪਕੜ ਕੇ ਵਿਚਾਰੇ ਨੂੰ ਅੰਧੇਰੇ ਚੋਂ ਬਾਹਰ ਨਹੀਂ ਕੱਢਦਾ। ਅਸੀਂ ਤਾਂ ਇਸ ਮਾਇਆ ਦੇ ਜਾਲ ਵਿੱਚ ਫਸ ਕੇ ਬਿਲਕੁਲ ਅੰਧੇ ਹੋ ਚੁੱਕੇ ਹਾਂ, ਬਿਲਕੁਲ ਬੋਲੇ ਹੋ ਚੁੱਕੇ ਹਾਂ। ਉਹ ਦਾਤਾ ਹੀ ਸਾਡੇ ਤੇ ਕਿਤੇ ਦਇਆ ਮਿਹਰ ਬਖਸ਼ਿਸ਼ ਕਰੇ ਤਾਂ ਕਿਤੇ ਜਨਮਾਂ ਜਨਮਾਂ ਦੇ ਸੁੱਤੇ ਹੋਏ ਜਾਗਦੇ ਹਾਂ। ਸਾਡਾ ਖਿਆਲ ਕਿਤੇ ਮਾਲਕ ਦੇ ਭਗਤੀ ਤਰਫ ਜਾਂਦਾ ਹੈ, ਨਹੀਂ ਤਾਂ ਸਾਡੀ ਕੀ ਤਾਕਤ ਅਸੀਂ ਕਦੇ ਮਾਲਕ ਦੀ ਭਗਤੀ ਕਰ ਸਕੀਏ। ਇਸ ਵਾਸਤੇ ਗੁਰੂ ਸਾਹਿਬ ਪਿਆਰ ਦੇ ਨਾਲ ਸਮਝਾਉਂਦੇ ਹਨ, ਜੋ ਕੁਝ ਮਿਲਣਾ ਹੈ ਮਾਲਕ ਦੀ ਦਇਆ ਮਿਹਰ ਬਖਸ਼ਿਸ਼ ਤੋਂ ਮਿਲਣਾ ਹੈ। ਇਸੇ ਵਾਸਤੇ ਕਹਿੰਦੇ ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰ ਮਨ ਵਸਾਏ। ਜੋ ਕਰਦਾ ਹੈ ਉਹ ਪਰਮਾਤਮਾ ਖੁਦ ਕਰਦਾ ਹੈ, ਔਰ ਖੁਦ ਹੀ ਗੁਰਮੁਖਾਂ ਦੇ ਜ਼ਰੀਏ ਸਾਡੇ ਮਨ ਵਿੱਚ ਸ਼ਬਦ ਵਸਾ ਦਿੰਦਾ ਹੈ, ਨਾਮ ਵਸਾ ਦਿੰਦਾ ਹੈ। ਇਸ ਵਾਸਤੇ ਕਹਿੰਦੇ ਹਨ ਜੋ ਕੁਛ ਹੈ ਉਹ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। जैसे आप बुलाए सोई भूले, सो बुझे जिसे बुझाए ना। हरख सोग का नगर हो किया, से उबरे जो सतगुर सरनिया।
ਗੁਰੂ ਸਾਹਿਬ ਕਹਿੰਦੇ ਆ ਦੁਨੀਆ ਜੋ ਕੁਝ ਵੀ ਤੁਸੀਂ ਅੱਖਾਂ ਨਾਲ ਦੇਖਦੇ ਹੋ ਇਹ ਦੁੱਖਾਂ ਸੁੱਖਾਂ ਦੀ ਨਗਰੀ ਹੈ, ਪੁੰਨਾਂ ਔਰ ਪਾਪਾਂ ਦੀ ਨਗਰੀ ਹੈ। ਪੁੰਨਾਂ ਕਰਕੇ ਸੁੱਖ ਭੁਗਤਣ ਲੱਗੇ ਹੋਏ ਹਾਂ, ਪਾਪਾਂ ਕਰਕੇ ਦੁੱਖ ਭੁਗਤਣ ਲੱਗੇ ਹੋਏ ਹਾਂ। ਜੋ ਪਿਛਲੇ ਜਨਮਾਂ ਵਿੱਚ ਪੁੰਨ ਔਰ ਪਾਪ ਕੀਤੇ ਸੀ ਉਹਨਾਂ ਦਾ ਨਤੀਜਾ ਹੁਣ ਭੁਗਤਣ ਲੱਗੇ ਹੋਏ ਹਾਂ। ਉਸੇ ਤਰ੍ਹਾਂ ਭੈੜੇ ਖੋਟੇ ਪੁੰਨ ਔਰ ਪਾਪ ਕਰੀ ਜਾਂਦੇ ਹਾਂ, ਭੁੱਲੇ ਬੈਠੇ ਹਾਂ, ਫਿਰ ਉਹਨਾਂ ਦਾ ਨਤੀਜਾ ਭੁਗਤਣ ਵਾਸਤੇ ਆਉਣਾ ਪਵੇਗਾ। ਇੱਥੋਂ ਨਿਕਲਣ ਦਾ ਕੇਵਲ ਇੱਕੋ ਹੀ ਤਰੀਕਾ ਹੈ, ਸੋਬਰੇ ਜੋ ਸਤਿਗੁਰ ਸਰਨਈਆ, ਜਿਹੜੇ ਗੁਰਮੁਖਾਂ ਦੀ ਸ਼ਰਨ ਹਾਸਲ ਕਰ ਲੈਂਦੇ ਹਨ ਉਹ ਹੀ ਇਸ ਭਵ ਸਾਗਰ ਤੋਂ ਪਾਰ ਹੋ ਸਕਦੇ ਹਨ। ਇਹੋ ਸਵਾਮੀ ਜੀ ਨੇ ਕਿਹਾ ਸੀ, ਸਤਿਗੁਰ ਸ਼ਰਨ ਗਹੋ ਮੇਰੇ ਪਿਆਰੇ, ਕਰਮ ਜਗਾਤ ਚੁਕਾਏ। ਜਿਤਨਾ ਚਿਰ ਕਰਮਾਂ ਦਾ ਹਿਸਾਬ ਕਿਤਾਬ ਅਸੀਂ ਖਤਮ ਨਹੀਂ ਕਰਦੇ, ਅਸੀਂ ਕਾਲ ਦੇ ਦਾਇਰੇ ਚੋਂ ਬਾਹਰ ਨਹੀਂ ਨਿਕਲ ਸਕਦੇ। ਔਰ ਕਰਮਾਂ ਦਾ ਹਿਸਾਬ ਕਿਤਾਬ ਜਦੋਂ ਵੀ ਖਤਮ ਹੋਵੇਗਾ, ਗੁਰਮੁਖਾਂ ਦੀ ਸ਼ਰਨ ਹਾਸਲ ਕਰਕੇ, ਉਹਨਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲ ਕੇ, ਗੁਰੂ ਸਾਹਿਬ ਨੇ ਕਿਹਾ ਸੀ, ਦਰਸ਼ਨ ਭੇਂਟ ਪਾਪ ਸਭ ਨਾਸ਼ੇ, ਹਰਸੇ ਦਿਓ ਮਲਾਈ। ਜਦੋਂ ਅਸੀਂ ਗੁਰਮੁਖਾਂ ਦੇ ਭੇਟ ਕਰ ਦੇਵਾਂਗੇ, ਗੁਰਮੁਖਾਂ ਦੇ ਆਪਣੇ ਆਪ ਨੂੰ ਹਵਾਲੇ ਕਰ ਦੇਵਾਂਗੇ, ਅਨਕੰਡੀਸ਼ਨਲੀ ਸਰੈਂਡਰ ਕਰ ਦੇਵਾਂਗੇ, ਫਿਰ ਪਾਪਾਂ ਦਾ ਹਿਸਾਬ ਸਵਾਲ ਹੀ ਨਹੀਂ ਪੈਦਾ ਹੁੰਦਾ। ਫਿਰ ਸਾਨੂੰ ਉਹ ਪਰਮਾਤਮਾ ਨਾਲ ਮਿਲਾ ਦਿੰਦੇ ਹਨ। ਕਿਉਂਕਿ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਰਾਂਝਾ ਹੋਈ, ਇਤਨਾ ਗੁਰਮੁਖਾਂ ਨਾਲ ਪਿਆਰ ਹੋ ਜਾਂਦਾ ਹੈ, ਅਸੀਂ ਖੁਦ ਹੀ ਗੁਰਮੁਖ ਬਣ ਕੇ ਬੈਠ ਜਾਂਦੇ ਹਾਂ। ਕ੍ਰਾਈਸਟ ਨੇ ਕਿਹਾ ਸੀ, ਯੂ ਹੈਵ ਕਮ ਅਨਟੂ ਮੀ, ਆਈ ਹੈਵ ਕਮ ਅਨਟੂ ਯੂ। ਇੰਨਾ ਮੇਰਾ ਦਿਲ ਤੁਹਾਡੇ ਨਾਲ ਪਿਆਰ ਹੋ ਗਿਆ ਹੈ, ਤੁਸੀਂ ਮੇਰੇ ਵਿੱਚ ਸਮਾ ਗਏ ਹੋ, ਮੈਂ ਤੁਹਾਡੇ ਵਿੱਚ ਸਮਾ ਗਿਆ ਹਾਂ। ਫਿਰ ਪਾਪਾਂ ਦਾ ਹਿਸਾਬ ਕਿਤਾਬ ਕਿੱਥੇ ਰਹਿੰਦਾ ਹੈ? ਇਸ ਵਾਸਤੇ ਇੱਥੇ ਗੁਰੂ ਨਾਨਕ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ, ਜਿਹੜੇ ਗੁਰਮੁਖਾਂ ਦੀ ਸ਼ਰਨ ਹਾਸਲ ਕਰ ਲੈਂਦੇ ਹਨ ਉਹ ਹਮੇਸ਼ਾ ਵਾਸਤੇ ਇਸ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਨ। ਗੁਰੂ ਸਾਹਿਬ ਕਹਿੰਦੇ, ਕਹੋ ਨਾਨਕ ਜਿਨ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਜਦੋਂ ਸਤਿਗੁਰ ਮਿਲ ਜਾਂਦੇ ਹਨ, ਅੰਦਰ ਮਿਲਦੇ ਹਨ, ਜਦੋਂ ਅਸੀਂ ਉਹਨਾਂ ਦੇ ਨੂਰੀ ਸਰੂਪ ਤੱਕ ਪਹੁੰਚ ਕੇ ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਕਰ ਦਿੰਦੇ ਹਾਂ, ਸਾਡਾ ਕਰਮਾਂ ਦਾ ਸਿਲਸਿਲਾ ਉਸੇ ਵਕਤ ਹੀ ਖਤਮ ਹੋ ਜਾਂਦਾ ਹੈ। ਇਸ ਵਾਸਤੇ ਕਹਿੰਦੇ, ਇਸ ਪੁੰਨਾਂ ਔਰ ਪਾਪਾਂ ਦੀ ਨਗਰੀ ਤੋਂ ਹੋਰ ਛੁਟਕਾਰਾ ਹਾਸਲ ਕਰਨ ਦਾ ਕੋਈ ਤਰੀਕਾ ਨਹੀਂ ਹੈ ਕਿ ਆਪਣੇ ਆਪ ਨੂੰ ਗੁਰਮੁਖਾਂ ਦੇ ਹਵਾਲੇ ਕਰਕੇ ਸ਼ਬਦ ਦੀ ਕਮਾਈ ਕਰੀਏ, ਨਾਮ ਦੀ ਕਮਾਈ ਕਰੀਏ। ਹਰਖ ਸੋਗ ਕਾ ਨਗਰ ਇਹ ਕੀਆ, ਸੇ ਉਬਰੇ ਜੋ ਸਤਿਗੁਰ ਸਰਣੀਆ। ਤ੍ਰਿਹ ਗੁਣਾ ਤੇ ਰਹਿ ਨਿਰਾਰਾ, ਸੋ ਗੁਰਮੁਖ ਸੋਭਾ ਪਾਇਦਾ। ਕਿਸ ਕਿਸਮ ਦੇ ਗੁਰਮੁਖਾਂ ਦੀ ਖੋਜ ਕਰਨੀ ਹੈ ਜਿਹੜੇ ਤਿੰਨਾਂ ਗੁਣਾਂ ਤੋਂ ਪਾਰ ਚਲੇ ਜਾਂਦੇ ਹਨ, ਰਜੋ ਗੁਣ, ਸਤੋ ਗੁਣ, ਤਮੋ ਗੁਣ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਗੁਰਮੁਖ ਆਪ ਪਛਾਣੇ ਸੰਤੋ ਰਾਮ ਨਾਮ ਲਿਵ ਲਾਈ। ਗੁਰਮੁਖ ਉਹ ਸ਼ਖਸ ਹਨ ਜਿਹੜੇ ਰਾਮ ਨਾਮ ਦੇ ਨਾਲ ਪਿਆਰ ਪਾ ਕੇ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਹੋ ਜਾਂਦੇ ਹਨ। ਅਸੀਂ ਆਪਣੇ ਆਪ ਨੂੰ ਕਦੋਂ ਪਹਿਚਾਨਦੇ ਹਾਂ? ਜਦੋਂ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਚਲੇ ਜਾਂਦੇ ਹਾਂ, ਜਦੋਂ ਰੂਹ ਔਰ ਮਨ ਦੀ ਗੱਠ ਖੁੱਲ ਜਾਂਦੀ ਹੈ, ਜਦੋਂ ਆਤਮਾ ਤੋਂ ਸਭ ਗੰਦੇ ਗੰਦੇ ਗਲਾਫ ਉਤਰ ਜਾਂਦੇ ਹਨ। ਉਹ ਕਿਸ ਤਰ੍ਹਾਂ ਕਰਨੀ ਹੈ? ਰਾਮ ਨਾਮ ਦੇ ਨਾਲ ਖਿਆਲ ਜੋੜ ਕੇ। ਰਾਮ ਨਾਮ ਕੋਈ ਲਫ਼ਜ਼ ਨਹੀਂ ਹੈ, ਉਹ ਕ੍ਰੀਏਟਿਵ ਪਾਵਰ ਹੈ ਜਿਹੜੀ ਹਰ ਇੱਕ ਦੇ ਅੰਦਰ ਰਮੀ ਹੋਈ ਹੈ, ਰਚੀ ਹੋਈ ਹੈ। ਜਦੋਂ ਅਸੀਂ ਉਸ ਦੇ ਅੰਦਰ ਰਮ ਜਾਂਦੇ ਹਾਂ, ਰਚ ਜਾਂਦੇ ਹਾਂ, ਅਸੀਂ ਵੀ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਹੋ ਜਾਂਦੇ ਹਾਂ। ਗੁਰੂ ਨਾਨਕ ਸਾਹਿਬ ਨੇ ਇਸੇ ਵਾਸਤੇ ਕਿਹਾ ਸੀਗਾ, ਰਾਮ ਨਾਮ ਮਨ ਵਿਦਿਆ ਅਵਰ ਕੀ ਕਰੇ ਵਿਚਾਰ। ਸ਼ਬਦ ਸੁਰਤ ਸੁਖ ਉਪਜੇ ਪ੍ਰਭ ਰਾਤੋ ਸੁਖ ਸਾ। ਕਿ ਰਾਮ ਨਾਮ ਦੀ ਕਮਾਈ ਕਰਕੇ ਹੀ ਮਨ ਬਿਲਿਆ ਜਾਂਦਾ ਹੈ। ਲੇਕਿਨ ਰਾਮ ਨਾਮ, ਗੁਰੂ ਸਾਹਿਬ ਕਹਿੰਦੇ, ਮੇਰਾ ਕੀ ਮਤਲਬ ਹੈ? ਸ਼ਬਦ ਸੁਰਤ ਸੁਖ ਉਪਜੇ। ਰਾਮ ਨਾਮ ਤੋਂ ਮਤਲਬ ਹੈ ਸੁਰਤ ਸ਼ਬਦ ਦਾ ਅਭਿਆਸ ਕਰਨਾ, ਮਾਲਕ ਦੇ ਭਗਤੀ ਵਿੱਚ ਆਪਣੇ ਆਪ ਨੂੰ ਰੰਗਣਾ, ਮਾਲਕ ਦੇ ਪਿਆਰ ਦੇ ਰੰਗ ਵਿੱਚ ਰੰਗਣਾ। ਜੋ ਮਨ ਦੀਆਂ ਮੈਲਾਂ ਤੁਹਾਡੇ ਮਨ ਤੇ ਚੜੀਆਂ ਹੋਈਆਂ ਹਨ, ਜੋ ਦੁਨੀਆ ਦੇ ਰੰਗ ਤੁਹਾਡੇ ਮਨ ਤੇ ਚੜੇ ਹੋਏ ਹਨ, ਉਹ ਉਤਰ ਜਾਂਦੇ ਹਨ। ਭਗਤੀ ਦਾ ਰੰਗ ਚੜ ਜਾਂਦਾ ਹੈ, ਮਾਲਕ ਦੇ ਪਿਆਰ ਦਾ ਰੰਗ ਚੜ ਜਾਂਦਾ ਹੈ। ਇਹਦਾ ਮਤਲਬ ਰਾਮ ਨਾਮ ਦੀ ਕਮਾਈ ਕਰਨ ਦਾ ਹੈ। ਸੋ ਇਸ ਵਾਸਤੇ ਇੱਥੇ ਗੁਰੂ ਸਾਹਿਬ ਕਹਿੰਦੇ, ਐਸੇ ਗੁਰਮੁਖਾਂ ਦੀ ਸੰਗਤ ਕਰਨੀ ਹੈ, ਐਸੇ ਗੁਰਮੁਖਾਂ ਦੀ ਸੋਭਤ ਕਰਨੀ ਹੈ। ਤ੍ਰਿਹ ਗੁਣਾ ਤੇ ਰਹਿ ਨਿਰਾਰਾ, ਸੋ ਗੁਰਮੁਖ ਸੋਭਾ ਪਾਇਦਾ। ਅਨਕ ਕਰਮ किए बहुत तेरे, जो की जैसो
बंधन परे ਅੱਗੇ कुर्ता बीज बीज नहीं जम्मै सब मूल गवाएंदा। ਹੁਣ ਆਪ ਕਰਮ ਕਾਂਡ ਦਾ ਬਾਹਰਮੁਖੀ ਸਾਧਨਾ ਦਾ ਜ਼ਿਕਰ ਕਰਦੇ ਹਨ। ਅਨਕ ਕਰਮ ਕੀਏ ਬਹੁ ਤੇਰੇ, ਜੋ ਕੀਜੇ ਸੋ ਬੰਧਨ ਪੜੇ। ਜੋ ਵੀ ਮਨ ਦੇ ਤਾਬੇ ਹੋ ਕੇ ਅਸੀਂ ਬਾਹਰਮੁਖੀ ਸਾਧਨਾ ਵਿੱਚ ਫਸ ਕੇ ਮਾਲਕ ਦੇ ਮਿਲਣ ਦੇ ਉਪਾਅ ਕਰਦੇ ਹਾਂ, ਜਪਤਾ ਪੂਜਾ ਪਾਠ ਪੁੰਨ ਦਾਨ ਵਗੈਰਾ, ਗੁਰੂ ਸਾਹਿਬ ਕਹਿੰਦੇ ਉਹ ਸਾਨੂੰ ਅੱਛੀ ਤਰ੍ਹਾਂ ਦੇਹ ਦੀਆਂ ਬੰਧਨਾਂ ਵਿੱਚ ਮਜ਼ਬੂਤੀ ਦੇ ਨਾਲ ਜਕੜ ਦਿੰਦੇ ਹਨ। ਕਿਉਂ ਜਕੜ ਦਿੰਦੇ ਹਨ? ਗੁਰੂ ਸਾਹਿਬ ਕਹਿੰਦੇ ਅਗਰ ਤੁਸੀਂ ਜ਼ਮੀਨ ਦੇ ਅੰਦਰ ਬੇਮੌਸਮਾ ਬੀਜ ਹਮੇਸ਼ਾ ਪਾਈ ਜਾਵੋਗੇ, ਉਹ ਫਸਲ ਤੁਹਾਡੇ ਘਰ ਕਿਸ ਤਰ੍ਹਾਂ ਆ ਸਕਦੀ ਹੈ? ਹਰ ਇੱਕ ਜ਼ਿਮੀਂਦਾਰ ਜਾਣਦਾ ਹੈ ਕੱਤੇ ਦੇ ਮਹੀਨੇ ਵਿੱਚ ਕਣਕ ਬੀਜੀ ਜਾਂਦੀ ਹੈ। ਅਗਰ ਮਈ ਔਰ ਜੂਨ ਦੀਆਂ ਧੁੱਪਾਂ ਦੇ ਅੰਦਰ ਕਣਕ ਬੀਜਣੀ ਸ਼ੁਰੂ ਕਰ ਦੇਵੇ, ਕਿਤਨਾ ਬੀਜ ਚੰਗਾ ਲੈ ਆਵੇ, ਕਿਤਨੀ ਖਾਦ ਪਾ ਲਵੇ, ਪਾਣੀ ਦੇ ਲਵੇ, ਰਾਖੀ ਕਰ ਦੇਵੇ, ਉਹ ਫਸਲ ਤਾਂ ਉਹਦੇ ਕਦੇ ਘਰ ਨਹੀਂ ਆ ਸਕਦੀ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਅਗਰ ਤੁਸੀਂ ਸਾਰੀ ਉਮਰ ਬੇਮੌਸਮਾ ਬੀਜ ਹੀ ਪਾਉਂਦੇ ਰਹੋਗੇ, ਤੁਹਾਡਾ ਬੀਜ ਵੀ ਖਰਾਬ ਚਲੇ ਜਾਵੇਗਾ, ਤੁਹਾਡੀ ਮਿਹਨਤ ਵੀ ਫਜ਼ੂਲ ਚਲੇ ਜਾਵੇਗੀ, ਤੁਹਾਡੇ ਹੱਥ ਪੱਲੇ ਵੀ ਕੁਝ ਨਹੀਂ ਪੈਣਾ। ਅੱਜ ਕੱਲ ਦੇ ਮੌਸਮ ਦਾ ਕਿਹੜਾ ਬੀਜ ਹੈ ਜਿਹੜਾ ਸਾਨੂੰ ਦੇਹ ਵਿੱਚ ਬੈਠ ਕੇ ਪਾਉਣਾ ਚਾਹੀਦਾ ਹੈ? ਗੁਰੂ ਸਾਹਿਬ ਅੱਗੇ ਇਸ਼ਾਰਾ ਕਰਦੇ ਹਨ। कुर्ता बीज बीज नहीं जम्मै सब मूल गवाएंदा। कल जुग में है कीर्तन प्रधाना गुरमुख जपिए लाए ध्याना। ਕਲਯੁਗ ਦੇ ਅੰਦਰ ਅਗਰ ਕਿਸੇ ਚੀਜ਼ ਦੀ ਮਹਾਤਮਾ ਮਹਿਮਾ ਕਰਦੇ ਹਨ, ਉਸ ਕੀਰਤਨ ਦੀ ਕਰਦੇ ਹਨ ਜਿਹਨੂੰ ਗੁਰਮੁਖ ਅੰਦਰੋਂ ਧਿਆਨ ਦੇ ਨਾਲ ਸੁਣਦੇ ਹਨ। ਇਹ ਕੋਈ ਬਾਹਰ ਦੇ ਬਾਜਿਆਂ ਦਾ ਕੀਰਤਨ ਨਹੀਂ ਹੈ, ਉਹ ਸਾਇਲੈਂਟ ਮਿਊਜ਼ਿਕ, ਉਹ ਕੀਰਤਨ, ਨਿਰਵਾਨ ਕੀਰਤਨ ਹਰ ਇੱਕ ਦੇ ਅੱਖਾਂ ਪਿੱਛੇ ਤੁਨਕਾਰਾਂ ਦੇਣ ਲੱਗਾ ਹੋਇਆ ਹੈ। ਉਹਨੂੰ ਕੀਰਤਨ ਕਹਿ ਲੋ, ਸ਼ਬਦ ਕਹਿ ਲੋ, ਨਾਮ ਕਹਿ ਲੋ, ਬਾਣੀ ਕਹਿ ਲੋ, ਇੱਕੋ ਚੀਜ਼। ਗੁਰੂ ਨਾਨਕ ਸਾਹਿਬ ਦਾ ਅੰਦਰ ਦੀ ਤਰਫ ਇਸ਼ਾਰਾ ਹੈ, ਕੋਈ ਬਾਹਰ ਮੁਖੀ ਇਸ਼ਾਰਾ ਨਹੀਂ ਹੈ। ਕਹਿੰਦੇ ਕਲਯੁਗ ਦੇ ਅੰਦਰ ਆ ਕੇ ਤੁਸੀਂ ਉਸ ਕੀਰਤਨ ਨੂੰ ਅੰਦਰੋਂ ਸੁਣੋ। ਅਗਰ ਤੁਸੀਂ ਮਨ ਨੂੰ ਨਿਰਮਲ ਕਰਨਾ ਚਾਹੁੰਦੇ ਹੋ, ਪਿਓਰ ਕਰਨਾ ਚਾਹੁੰਦੇ ਹੋ, ਪਵਿੱਤਰ ਕਰਨਾ ਚਾਹੁੰਦੇ ਹੋ, ਇਸ ਚੀਜ਼ ਨੂੰ ਗੁਰੂ ਨਾਨਕ ਸਾਹਿਬ ਨੇ ਹੋਰ ਜਗ੍ਹਾ ਖੋਲ ਕੇ ਸਮਝਾਇਆ ਹੈ। ਇਸ ਯੁਗ ਕਾ ਧਰਮ ਪੜੋ ਤੁਮ ਭਾਈ, ਪੂਰੇ ਗੁਰ ਸਭ ਸੋਝੀ ਪਾਈ, ਇੱਥੇ ਅੱਗੇ ਨਾਮ ਸਖਾਈ। ਗੁਰੂ ਸਾਹਿਬ ਕਹਿੰਦੇ ਚਾਰ ਯੁੱਗ ਇੱਕ ਦੂਸਰੇ ਦੇ ਬਾਅਦ ਚੱਕਰ ਲਗਾ ਰਹੇ ਹਨ। ਸਤਯੁਗ ਹੈ, ਤ੍ਰੇਤਾ ਹੈ, ਦੁਆਪਰ ਹੈ, ਕਲਯੁਗ ਹੈ। ਹਰ ਇੱਕ ਯੁੱਗ ਦੇ ਜ਼ਿੰਦਗੀ ਦੇ ਬਿਲਕੁਲ ਮੁਖਤਲਿਫ ਕਿਸਮ ਦੇ ਹਾਲਾਤ ਹਨ। ਸਤਯੁਗ ਦੇ ਅੰਦਰ ਸਾਡੀਆਂ ਉਮਰਾਂ ਬਹੁਤ ਲੰਮੀਆਂ ਸੀ, ਸਾਡੀਆਂ ਸਿਹਤਾਂ ਵੀ ਅੱਛੀਆਂ ਸੀ, ਸਾਡਾ ਖਿਆਲ ਵੀ ਕੋਈ ਦੁਨੀਆ ਵਿੱਚ ਫੈਲਿਆ ਹੋਇਆ ਨਹੀਂ ਸੀ। ਔਰ ਜੈਸੇ ਜੈਸੇ ਯੁੱਗ ਪਲਟਦੇ ਗਏ, ਸਾਡੀ ਸਿਹਤ ਵੀ ਕਮਜ਼ੋਰ ਹੁੰਦੀ ਗਈ, ਉਮਰ ਵੀ ਛੋਟੀ ਹੁੰਦੀ ਗਈ, ਖਿਆਲ ਵੀ ਦੁਨੀਆ ਅੰਦਰ ਫੈਲਦਾ ਗਿਆ। ਕਲਯੁਗ ਦੇ ਅੰਦਰ ਆ ਕੇ ਤਾਂ ਆਪਾਂ ਅੱਖਾਂ ਨਾਲ ਹੀ ਦੇਖੀ ਜਾਂਦੇ ਹਾਂ, ਕੋਈ ਭਾਗਾਂ ਵਾਲਾ ਜੀਵ ਹੈ ਜਿਹੜਾ 70-80 ਸਾਲ ਇੱਥੇ ਉਮਰ ਭੁਗਤ ਕੇ ਜਾਂਦਾ ਹੋਵੇ। ਔਰ ਤੁਹਾਨੂੰ ਸਿਹਤ ਵੀ ਪਤਾ ਹੈ 2.5 ਘੰਟੇ ਚੌਂਕੜੀ ਮਾਰ ਕੇ ਹੀ ਬੈਠਣਾ ਆਪਾਂ ਨੂੰ ਮੁਸ਼ਕਲ ਹੋ ਜਾਂਦਾ ਹੈ। ਔਰ ਖਿਆਲ ਵੀ ਪਤਾ ਹੈ 5 ਮਿੰਟ 7 ਮਿੰਟ ਕਿਸੇ ਪ੍ਰੋਬਲਮ ਤੇ ਸੋਚਣਾ ਹੋਵੇ, ਸਾਰੀ ਦੁਨੀਆ ਦੇ ਮਸਲੇ ਅੱਖਾਂ ਅੱਗੇ ਆ ਕੇ ਖੜੇ ਹੋ ਜਾਂਦੇ ਹਨ। ਸੋ ਜਿਹੜੇ ਸਾਧਨ ਸਾਨੂੰ ਸਤਯੁਗ ਵਿੱਚ ਕੰਮ ਦਿੰਦੇ ਸੀ, ਉਹ ਕਲਯੁਗ ਵਿੱਚ ਕੰਮ ਨਹੀਂ ਦੇ ਸਕਦੇ। ਸੋ ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਇਸ ਯੁੱਗ ਦਾ ਤੁਸੀਂ ਧਰਮ ਪੜੋ। ਉਹ ਕੀ ਹੈ? ਇੱਥੇ ਅੱਗੇ ਨਾਮ ਸਿਖਾਈ। ਅਗਰ ਦੇਹ ਵਿੱਚ ਬੈਠ ਕੇ ਵੀ ਜ਼ਿੰਦਗੀ ਦੇ 4 ਦਿਨ ਸੁਖ ਦੇ ਸ਼ਾਂਤੀ ਦੇ ਕੱਟਣਾ ਚਾਹੁੰਦੇ ਹੋ, ਸ਼ਬਦ ਦੀ ਕਮਾਈ ਕਰੋ। ਇਸ ਚੀਜ਼ ਤੋਂ ਪੱਲੇ ਬੰਨ ਕੇ ਨਾਲ ਲੈ ਜਾਣਾ ਹੈ, ਉਹ ਵੀ ਸ਼ਬਦ ਦੀ ਕਮਾਈ ਹੈ, ਨਾਮ ਦੀ ਕਮਾਈ ਹੈ। स्वामी जी ने कहा सी कलयुग कर्म धर्म नहीं कोई, नाम बिना उधार ना होई। कलयुग के अंदर कोई होर कर्म धर्म नहीं है। नाम की कमाई तो बगैर कदे थोड़ा देह दिया बंधना तो छुटकारा नहीं हो सकता। गुरु नानक साहब कहते बिन नामे को संग ना साथी, मुक्ते नाम ते हमणिया। अच्छी तरह इस चीज को मन में बिठा लो, नाम की कमाई तो बगैर किसी चीज ने थोड़ा साथ नहीं देना। जदों भी मुक्ति हासिल करोगे केवल शब्द की कमाई करके, नाम की कमाई करके। सो इस वास्ते कहते जपता पूजा पाठ पुण्य दान का फल जरूर मिलेगा, लेकिन वो फल भुगतन वास्ते सानू इत्थे आउणा पैंदा है। और नाम की कमाई के अंदर सारे फल आ जाते हैं। सच्चों ओरे सब को ऊपर सच अचा।
ਇਹ ਜੋ ਵੀ ਅਸੀਂ ਫਲ ਵਿੱਚ ਵੇਟ ਕਰਨ ਲੱਗੇ ਹੋਏ ਹਾਂ, ਸ਼ਬਦ ਔਰ ਨਾਮ ਦੀ ਕਮਾਈ ਦਾ ਫਲ ਤਾਂ ਬਹੁਤ ਹੀ ਉੱਚਾ ਹੈ। ਹਾਥੀ ਕੇ ਪਾँव में सबका पाँव, ਇਹਨਾਂ ਸਾਰਿਆਂ ਦਾ ਫਲ ਨਾਮ ਦੀ ਕਮਾਈ ਵਿੱਚ ਆ ਜਾਵੇਗਾ। ਜਦੋਂ ਅਸੀਂ ਦਿਨ ਰਾਤ ਸਾਡੀ ਜ਼ੁਬਾਨ ਤੇ ਸਿਮਰਨ ਚੜਿਆ ਹੋਇਆ ਹੈ, ਤੁਸੀਂ ਦੇਖੋ ਇਸ ਤੋਂ ਵੱਡਾ ਹੋਰ ਜਪ ਕਿਹੜਾ ਹੋ ਸਕਦਾ ਹੈ। ਜਦੋਂ ਮਾਲਕ ਦੇ ਭਾਣੇ, ਮਾਲਕ ਦੇ ਹੁਕਮ ਵਿੱਚ ਰਹਿੰਦੇ ਹਾਂ, ਇਸ ਤੋਂ ਵੱਡਾ ਹੋਰ ਤਪ ਕਿਹੜਾ ਹੋ ਸਕਦਾ ਹੈ। ਜਦੋਂ ਮਹਾਤਮਾ ਦੇ ਸਰੂਪ ਨੂੰ 24 ਘੰਟੇ ਨਾਲ ਨਾਲ ਲਈ ਫਿਰਦੇ ਹਾਂ, ਇਸ ਤੋਂ ਵੱਡੀ ਹੋਰ ਪੂਜਾ ਕਿਹਦੀ ਹੋ ਸਕਦੀ ਹੈ। ਜਦੋਂ ਅਨਹਦ ਬਾਣੀ ਨੂੰ ਅੱਖਾਂ ਪਿੱਛੇ ਖਿਆਲ ਇਕੱਠਾ ਕਰਕੇ ਸੁਣਨ ਲੱਗੇ ਹੋਏ ਹਾਂ, ਇਸ ਤੋਂ ਵੱਡਾ ਹੋਰ ਪਾਠ ਕਿਹੜਾ ਹੋ ਸਕਦਾ ਹੈ। ਜਦੋਂ ਅੰਦਰੋਂ ਉਸ ਅੰਮ੍ਰਿਤ ਨੂੰ ਪੀ ਕੇ ਮਨ ਹੀ ਦੁਨੀਆ 'ਚ ਉਦਾਸ ਔਰ ਉਚਾਟ ਹੋ ਜਾਂਦਾ ਹੈ, ਇਸ ਤੋਂ ਵੱਡਾ ਹੋਰ ਵਿਰਾਗ ਕਿਹੜਾ ਹੋ ਸਕਦਾ ਹੈ। ਨਾ ਘਰ-ਬਾਰ ਛੱਡਣ ਦੀ ਲੋੜ ਪੈਂਦੀ ਹੈ, ਨਾ ਪੁੱਤਰਾਂ ਧੀਆਂ ਨੂੰ ਤਿਆਗਣ ਦੀ ਲੋੜ ਪੈਂਦੀ ਹੈ। ਦੁਨੀਆ ਵਿੱਚ ਰਹਿਣਾ ਹੈ, ਸੂਰਮੇ ਬਣ ਕੇ ਰਹਿਣਾ ਹੈ, ਬਹਾਦਰ ਬਣ ਕੇ ਰਹਿਣਾ ਹੈ। ਦੁਨੀਆ ਵਿੱਚ ਰਹਿੰਦੇ ਹੋਏ ਵੀ ਦੁਨੀਆ ਦੀਆਂ ਮੈਲਾਂ ਵਿੱਚ ਨਹੀਂ ਲਿਬੜਨਾ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਆਪ ਫਰਮਾਉਂਦੇ ਹਨ, ਨਾਮ ਰਤੇ ਪਰਮਹੰਸ ਬੈਰਾਗੀ ਨਿਜ ਕਰ ਤਾੜੀ ਲਾਈ ਹੈ। ਘਰ-ਬਾਰ ਵਿੱਚ ਰਹਿੰਦੇ ਹੋਏ ਨਾਮ ਦੀ ਕਮਾਈ ਕਰਕੇ ਤੁਸੀਂ ਪਰਮਹੰਸ ਬੈਰਾਗੀ ਬਣ ਸਕਦੇ ਹੋ। ਸੋ ਇਸ ਵਾਸਤੇ ਇੱਥੇ ਸਾਨੂੰ ਗੁਰੂ ਨਾਨਕ ਸਾਹਿਬ ਪਿਆਰ ਨਾਲ ਕਹਿੰਦੇ ਹਨ, ਅਗਰ ਦੇਹ ਵਿੱਚ ਬੈਠ ਕੇ ਅਸੀਂ ਸ਼ਬਦ ਦੀ ਕਮਾਈ ਨਹੀਂ ਕਰਦੇ, ਨਾਮ ਦੀ ਕਮਾਈ ਨਹੀਂ ਕਰਦੇ, ਅਸੀਂ ਤਾਂ ਬੇਮੌਸਮਾ ਬੀਜ ਬੀਜਣ ਲੱਗੇ ਹੋਏ ਹਾਂ। ਕਲ ਜੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਇ ਧਿਆਨਾ। आप तरੈ सगले कुल तारे, हर दरगाह पत स्यों जाएंदा। ਜਿਹੜੇ ਨਾਮ ਦੀ ਕਮਾਈ ਕਰਦੇ ਹਨ, ਉਹ ਖੁਦ ਤਾਂ ਭਵਸਾਗਰ ਤੋਂ ਪਾਰ ਹੋ ਹੀ ਜਾਂਦੇ ਹਨ, ਆਪਣੇ ਕੁਲ ਔਰ ਕੁਟੰਬ ਨੂੰ ਵੀ ਭਵਸਾਗਰ ਤੋਂ ਪਾਰ ਕਰ ਲੈਂਦੇ ਹਨ। ਕਿਉਂਕਿ ਗੁਰੂ ਸਾਹਿਬ ਕਹਿੰਦੇ, ਪਵਿੱਤ ਪਾਵਨ ਸੇ ਜਨ ਸਾਚੇ ਇੱਕ ਸ਼ਬਦ ਲਿਵਲਾਈ। ਜਿਹੜੇ ਲੋਕ ਸਾਰੀ ਦੁਨੀਆ ਚੋਂ ਮੋਹ ਔਰ ਪਿਆਰ ਕੱਢ ਕੇ ਇੱਕ ਸ਼ਬਦ ਦੇ ਨਾਲ ਖਿਆਲ ਜੋੜਦੇ ਹਨ, ਉਹ ਖੁਦ ਵੀ ਪਿਓਰ ਔਰ ਪਵਿੱਤਰ ਹੋ ਜਾਂਦੇ ਹਨ, ਔਰ ਸਾਡੇ ਖਿਆਲ ਨੂੰ ਵੀ ਸ਼ਬਦ ਦੇ ਨਾਲ ਜੋੜ ਕੇ ਸਾਨੂੰ ਵੀ ਪਿਓਰ ਔਰ ਪਵਿੱਤਰ ਕਰ ਲੈਂਦੇ ਹਨ। ਫਿਰ ਗੁਰੂ ਸਾਹਿਬ ਕਹਿੰਦੇ, ਮੁਕਤਾ ਸੇਵੇ ਮੁਕਤਾ ਹੋਵੇ, ਹਉਮੈ ਮਮਤਾ ਸ਼ਬਦੇ ਖੋਵੇ। ਜਿਹੜੀ ਹਉਮੈ ਔਰ ਮਮਤਾ ਨੂੰ ਸ਼ਬਦ ਦੀ ਕਮਾਈ ਕਰਕੇ ਆਪਣੇ ਅੰਦਰੋਂ ਗੁੰਮ ਕਰ ਲੈਂਦੇ ਹਨ, ਖੋਹ ਲੈਂਦੇ ਹਨ, ਉਹ ਮੁਕਤੀ ਹਾਸਲ ਕਰ ਲੈਂਦੇ ਹਨ। ਜਦੋਂ ਅਸੀਂ ਉਹਨਾਂ ਦੀ ਸੰਗਤ ਔਰ ਸੋਬਤ ਵਿੱਚ ਜਾਂਦੇ ਹਾਂ, ਸਾਡੇ ਵੀ ਖਿਆਲ ਨੂੰ ਉਸੇ ਤਰ੍ਹਾਂ ਸ਼ਬਦ ਦੇ ਨਾਲ ਜੋੜ ਕੇ ਸਾਨੂੰ ਵੀ ਆਪਣੇ ਵਰਗਾ ਮੁਕਤਾ ਬਣਾ ਲੈਂਦੇ ਹਨ। ਸੋ ਇਸ ਵਾਸਤੇ ਆਪ ਕਹਿੰਦੇ ਹਨ, ਨਾਮ ਦੀ ਕਮਾਈ ਕਰਨ ਵਾਲੇ ਖੁਦ ਵੀ ਭਵਸਾਗਰ ਤੋਂ ਪਾਰ ਹੋ ਜਾਂਦੇ ਹਨ, ਔਰ ਆਪਣੇ ਨਾਲ ਦਿਆਂ ਨੂੰ ਵੀ ਭਵਸਾਗਰ ਤੋਂ ਪਾਰ ਕਰ ਲੈਂਦੇ ਹਨ। आप तरੈ सगले कुल तारे, हर दरगाह पत स्यों जाएंदा। खंड पताल दीप सब लोआ, सब काल वासै आप प्रभ किया। ਹੁਣ ਬੜੇ ਸੁੰਦਰ ਤਰੀਕੇ ਨਾਲ ਸਮਝਾਉਂਦੇ ਹਨ ਕਿ ਮਾਲਕ ਤਾਂ ਅਸੀਂ ਕਦੇ ਦੇਖਿਆ ਨਹੀਂ, ਮਾਲਕ ਦੀ ਭਗਤੀ ਕਿਸ ਤਰ੍ਹਾਂ ਕਰਨੀ ਹੈ, ਮਾਲਕ ਨਾਲ ਪਿਆਰ ਕਿਸ ਤਰ੍ਹਾਂ ਕਰਨਾ ਹੈ। ਕਿਉਂਕਿ ਮਾਲਕ ਦੀ ਭਗਤੀ, ਮਾਲਕ ਦੇ ਪਿਆਰ ਕੀਤੇ ਬਗੈਰ ਅਸੀਂ ਮਾਲਕ ਨਾਲ ਵਾਪਸ ਜਾ ਕੇ ਮਿਲ ਨਹੀਂ ਸਕਦੇ। ਗੁਰੂ ਨਾਨਕ ਸਾਹਿਬ ਕਹਿੰਦੇ, ਖੰਡ ਪਤਾਲ ਦੀਪ ਵਗੈਰਾ ਜੋ ਕੁਝ ਵੀ ਤੁਸੀਂ ਦੇਖਦੇ ਹੋ, ਇਹ ਮਾਲਕ ਨੇ ਸਭ ਕੁਝ ਪੈਦਾ ਕਰਕੇ ਇਸ ਦਾ ਜਿਹੜਾ ਇੰਤਜ਼ਾਮ ਹੈ ਉਹ ਕਾਲ ਦੇ ਸਪੁਰਦ ਕਰ ਦਿੱਤਾ ਹੈ। ਕਾਲ ਦੀ ਹੱਦ ਬ੍ਰਹਮ ਤਿਕਰ ਹੈ, ਤਲੋਕੀ ਤਿਕਰ ਹੈ। ਜੋ ਕੁਝ ਕਾਲ ਦੇ ਦਾਇਰੇ ਦੇ ਅੰਦਰ ਹੈ, ਉਹ ਸਭ ਮਰਨ ਜੰਮਣ ਦੇ ਦੁੱਖਾਂ ਵਿੱਚ ਫਸਿਆ ਹੋਇਆ ਹੈ। ਲੇਕਿਨ ਜਿਸ ਨੇ ਖੰਡ ਬ੍ਰਹਿਮੰਡ ਵਗੈਰਾ ਪੈਦਾ ਕੀਤੇ ਹਨ, ਉਹ ਖੁਦ ਕਾਲ ਦੇ ਦਾਇਰੇ ਦੇ ਅੰਦਰ ਨਹੀਂ ਹੈ, ਉਹ ਖੁਦ ਮਾਲਕ ਕਾਲ ਦੇ ਦਾਇਰੇ ਤੋਂ ਬਾਹਰ ਰਹਿੰਦਾ ਹੈ। ਉਹ ਕਿੱਥੇ ਹੈ, ਆਪ ਅੱਗੇ ਇਸ਼ਾਰਾ ਕਰਦੇ ਹਨ। खंड पताल दीप सब लोआ, सब काल वासै आप प्रभ किया। निश्चल एक आप अबनासी, सो निश्चल जो तिस ध्यान।
जिस मालिक ने सब कुछ पैदा किया है, जिसने इंतजाम भी अकाल दे सपुर्द पैदा किया है, काल नूं भी जिसने पैदा किया है, वो खुद परमात्मा नेचर है। खुद परमात्मा कदे मरण जमण दे दुखां विच नहीं आउंदा, क्योंकि सचखंड विच बैठा होया है। ਜਿਹੜੇ ਉਸ परमात्मा ਨੂੰ ਧਿਆਉਂਦੇ ਹਨ, ਉਸ ਦੀ ਭਗਤੀ ਕਰਦੇ ਹਨ, ਉਸ ਮਾਲਿਕ ਨਾਲ ਪਿਆਰ ਕਰਦੇ ਹਨ, ਜਿਹੜਾ ਕਿ ਨੇਚਰ ਹੈ, ਉਹ ਵੀ ਨੇਚਰ ਹੋ ਜਾਂਦੇ ਹਨ। ਉਹਨਾਂ ਦਾ ਵੀ ਮਰਨ ਜਮਣ ਦੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਹੁਣ ਜਿਸ परमात्मा ਨੂੰ ਅਸੀਂ ਦੇਖਿਆ ਹੀ ਨਹੀਂ, ਕਿਉਂਕਿ ਸ਼ੁਰੂ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਵਰਨ ਜਾਤ ਚਿਹਨ ਨਹੀਂ ਕੋਏ, ਸਭ ਹੁਕਮੇ ਸ੍ਰੇਸ਼ਟੋ ਪਾਏਦਾ। ਉਹਦੀ ਕੋਈ ਸ਼ਕਲ ਰੰਗ ਰੂਪ ਹੀ ਨਹੀਂ ਹੈ ਜਿਸ ਮਾਲਿਕ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ। ਜਿਹਦੀ ਸ਼ਕਲ ਰੰਗ ਰੂਪ ਨਹੀਂ, ਉਹਨਾਂ ਪਿਆਰ ਆਪਾਂ ਕਿਸ ਤਰ੍ਹਾਂ ਕਰਨਾ ਹੈ। ਆਪਣਾ ਪਿਆਰ ਪੁੱਤਰਾਂ ਧੀਆਂ ਨਾਲ ਹੈ। ਦੇਖਦੇ ਹਾਂ ਜਨਮ ਦਿੱਤਾ ਹੈ, ਮਾਤਾ ਪਿਤਾ ਨਾਲ ਹੈ, ਉਹਨਾਂ ਨੇ ਸਾਨੂੰ ਜਨਮ ਦਿੱਤਾ ਹੈ, ਜਾਇਦਾਦਾਂ ਨਾਲ ਹੈ, ਸਾਡੇ ਖੂਨ ਪਸੀਨੇ ਦੀਆਂ ਕਮਾਈਆਂ ਹਨ, ਕੌਮਾਂ ਮਸਬਾਂ ਨਾਲ ਹੈ। ਬਚਪਨ ਤੋਂ ਉਹਨਾਂ ਦੇ ਅੰਦਰ ਅਸੀਂ ਜੰਮੇ ਪਲੇ ਹਾਂ। ਸੋ ਰਚਨਾ ਦੇ ਸ਼ਕਲਾਂ ਔਰ ਪਦਾਰਥਾਂ ਨਾਲ ਪਿਆਰ ਤਾਂ ਅਸੀਂ ਸਮਝ ਸਕਦੇ ਹਾਂ, ਲੇਕਿਨ ਜਿਸ ਚੀਜ਼ ਨੂੰ ਕਦੇ ਦੇਖਿਆ ਨਹੀਂ, ਰੰਗ ਰੂਪ ਦਾ ਪਤਾ ਨਹੀਂ, ਉਹਦੇ ਨਾਲ ਸਾਡਾ ਪਿਆਰ ਕਿਸ ਤਰ੍ਹਾਂ ਪੈਦਾ ਹੋ ਸਕਦਾ ਹੈ। ਸੋ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਲੇਕਿਨ ਉਸ ਮਾਲਿਕ ਦੇ ਪਿਆਰ ਤੋਂ ਕੀਤੇ ਤੋਂ ਬਗੈਰ ਅਸੀਂ ਵਾਪਸ ਜਾ ਕੇ ਕਦੇ ਮਾਲਿਕ ਨਾਲ ਮਿਲ ਨਹੀਂ ਸਕਦੇ। ਸੋ ਕਿਸ ਦਾ ਪਿਆਰ ਸਾਡੇ ਅੰਦਰ ਉਸ ਮਾਲਿਕ ਦਾ ਪਿਆਰ ਪੈਦਾ ਕਰ ਸਕੇਗਾ? ਗੁਰੂ ਸਾਹਿਬ ਅੱਗੇ ਇਸ਼ਾਰਾ ਕਰਦੇ ਹਨ। नेह चले एक आप अबनासी, सोन जल जो तिस है त्याएंदा, हर का सेवक सो हर जेहा, भेद न जानो मानस देहा, ज्यों जल तरंग उठे बहु पांति, फिर सल ले समाएंदा। ਗੁਰੂ ਸਾਹਿਬ ਕਹਿੰਦੇ ਠੀਕ ਹੈ, ਅਸੀਂ ਪਰਮਾਤਮਾ ਨਹੀਂ ਦੇਖਿਆ, ਇਸ ਵਾਸਤੇ ਅਸੀਂ ਉਹਦੇ ਨਾਲ ਨਹੀਂ ਪਿਆਰ ਕਰ ਸਕਦੇ, ਲੇਕਿਨ ਜਿਹੜੇ ਮਾਲਕ ਦੇ ਭਗਤ ਹਨ, ਮਾਲਕ ਦੇ ਪਿਆਰੇ ਹਨ, ਉਹ ਤਾਂ ਦੇਹ ਵਿੱਚ ਬੈਠੇ ਅਸੀਂ ਦੇਖੇ ਹਨ। ਉਹਨਾਂ ਦੇ ਅੰਦਰ ਔਰ ਪਰਮਾਤਮਾ ਦੇ ਅੰਦਰ ਕੋਈ ਵੀ ਭਿੰਨ ਔਰ ਭੇਦ ਨਹੀਂ ਹੁੰਦਾ। ਉਹਨਾਂ ਦਾ ਪਰਮਾਤਮਾ ਨਾਲ ਕੀ ਰਿਸ਼ਤਾ ਹੈ, ਕੀ ਤਲਕ ਹੈ। ਜਿਸ ਤਰ੍ਹਾਂ ਸਮੁੰਦਰ ਦੇ ਅੰਦਰ 2-4 ਮਿੰਟ ਬਾਅਦ ਇੱਕ ਲਹਿਰ ਉੱਠਦੀ ਹੈ, ਫਿਰ ਉਹ ਲਹਿਰ ਸਮੁੰਦਰ ਵਿੱਚ ਹੀ ਜਾ ਕੇ ਸਮਾ ਜਾਂਦੀ ਹੈ। ਇੱਕ ਲਹਿਰ ਦਾ ਜੋ ਸਮੁੰਦਰ ਦੇ ਨਾਲ ਤਲਕ ਹੈ, ਉਹ ਮਾਲਕ ਦੇ ਭਗਤਾਂ ਔਰ ਪਿਆਰਿਆਂ ਦਾ ਪਰਮਾਤਮਾ ਦੇ ਨਾਲ ਤਲਕ ਹੁੰਦਾ ਹੈ। ਲਹਿਰ ਕਿਤਨੀ ਵੀ ਉੱਚੀ ਹੋਵੇ, ਸਮੁੰਦਰ ਦਾ ਹਿੱਸਾ ਹੀ ਰਹਿੰਦੀ ਹੈ, ਸਮੁੰਦਰ ਤੋਂ ਅਲੱਗ ਕਦੇ ਨਹੀਂ ਕੀਤੀ ਜਾ ਸਕਦੀ। ਸੋ ਮਾਲਕ ਦੇ ਪਿਆਰੇ ਦੁਨੀਆ ਵਿੱਚ ਆ ਕੇ ਵੀ ਮਾਲਕ ਦੇ ਨਾਲ ਜੁੜੇ ਹੋਏ ਹੁੰਦੇ ਹਨ, ਮਾਲਕ ਤੋਂ ਅਲੱਗ ਕਦੇ ਨਹੀਂ ਕੀਤੇ ਜਾ ਸਕਦੇ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਗੁਰ ਪਰਮੇਸ਼ਰ ਇੱਕੋ ਜਾਣ। ਗੁਰੂ ਔਰ ਪਰਮੇਸ਼ਰ ਇੱਕੋ ਹੀ ਰੂਪ ਹੁੰਦੇ ਹਨ। ਔਰ ਇਸੇ ਵਾਸਤੇ ਮੌਲਾ ਆਪਣੇ ਬੁੱਲੇ ਸ਼ਾਹ ਨੇ ਕਿਹਾ ਸੀ, ਮੌਲਾ ਆਦਮੀ ਬਣਾਇਆ। ਉਹ ਮਾਲਿਕ ਆਦਮ ਇਨਸਾਨ ਦੇ ਜਾਮੇ ਵਿੱਚ ਹੋ ਕੇ ਮੇਰੇ ਕੋਲ ਪਹੁੰਚ ਗਿਆ ਹੈ। ਇਸੇ ਵਾਸਤੇ ਸਵਾਮੀ ਜੀ ਕਹਿੰਦੇ, ਰਾਧਾ ਸਵਾਮੀ ਤਰਾ ਨਰ ਰੂਪ ਜਗਤ ਮੇਂ ਗੁਰ ਹੋਵੇ ਜੀਵ ਚਿਤਾਏ। ਉਸ ਕੁਲ ਮਾਲਕ ਇਨਸਾਨ ਦੇ ਜਾਮੇ ਵਿੱਚ ਆ ਕੇ ਗੁਰੂ ਬਣ ਕੇ ਸਾਡੇ ਅੰਦਰ ਆਪਣੇ ਮਿਲਣ ਦਾ ਪ੍ਰੇਮ ਔਰ ਪਿਆਰ ਪੈਦਾ ਕਰਕੇ ਸਾਨੂੰ ਤਰੀਕਾ ਦੱਸ ਕੇ ਆਪਣੇ ਨਾਲ ਲਿਜਾ ਕੇ ਸਾਨੂੰ ਆਪਣੇ ਨਾਲ ਹੀ ਲੈ ਜਾਂਦਾ ਹੈ। ਸੋ ਇਸ ਵਾਸਤੇ ਅਸੀਂ ਉਹਨਾਂ ਗੁਰਮੁਖਾਂ ਦੀ ਸੰਗਤ ਕਰਦੇ ਹਾਂ, ਉਹਨਾਂ ਗੁਰਮੁਖਾਂ ਦੀ ਸੋਭਤ ਕਰਦੇ ਹਾਂ। ਕੋਈ ਚੀਜ਼ ਤੁਸੀਂ ਸਮੁੰਦਰ ਦੀ ਲਹਿਰ ਨੂੰ ਦੇ ਦਿਓ, ਉਹ ਲਹਿਰ ਨਾਲ ਲੈ ਕੇ ਸਮੁੰਦਰ ਦੀ ਤਹਿ ਵਿੱਚ ਬੈਠ ਜਾਂਦੀ ਹੈ। ਅਗਰ ਅਸੀਂ ਆਪਣੇ ਆਪ ਨੂੰ ਗੁਰਮੁਖਾਂ ਦੇ ਹਵਾਲੇ ਕਰ ਦਿੰਦੇ ਹਾਂ, ਗੁਰਮੁਖ ਸਾਨੂੰ ਨਾਲ ਲੈ ਕੇ ਸਮੁੰਦਰ ਦੀ ਤਹਿ, ਸਤਨਾਮ ਦੇ ਸਮੁੰਦਰ ਦੀ ਤਹਿ ਵਿੱਚ ਬੈਠ ਜਾਂਦੇ ਹਨ। ਇਸੇ ਵਾਸਤੇ ਤੀਸਰੀ ਪਾਤਸ਼ਾਹੀ ਨੇ ਕਿਹਾ ਸੀ, ਏਕੋ ਹੁਕਮ ਏਕਾ ਪਾਤਸ਼ਾਹੀ, ਜੁਗ ਜੁਗ ਸਰਕਾਰ ਬਣਾਈ ਹੈ। ਉਹ ਪਰਮਾਤਮਾ ਇੱਕ ਹੈ, ਉਹ ਸਭ ਦਾ ਦਾਤਾ, ਸਭ ਦਾ ਬਾਦਸ਼ਾਹ ਹੈ। ਉਸ ਦਾ ਹੁਕਮ ਕਾਸਮਿਕ ਲਾਭ ਵੀ ਸਾਰੀ ਦੁਨੀਆ ਵਾਸਤੇ ਇੱਕੋ ਹੈ। ਸੰਤ ਮਹਾਤਮਾ ਉਸ ਦੀਆਂ ਭੇਜੀਆਂ ਹੋਈਆਂ ਦੁਨੀਆ ਵਿੱਚ ਸਰਕਾਰਾਂ ਹਨ। ਉਸ ਦੇ ਉਸ ਹੁਕਮ ਦਾ ਵਰਤਾਓ ਕਰਦੀਆਂ ਹਨ, ਹੁਕਮ ਦਾ ਪ੍ਰਚਾਰ ਕਰਦੀਆਂ ਹਨ, ਹਰ ਯੁੱਗ ਵਿੱਚ ਆਉਂਦੀਆਂ ਹਨ, ਵਾਪਸ ਜਾ ਕੇ ਉਸੇ ਹੁਕਮ ਦੇ ਵਿੱਚ ਹੀ ਜਾ ਕੇ ਸਮਾ ਜਾਂਦੀਆਂ ਹਨ। ਇਸ ਵਾਸਤੇ ਗੁਰੂ ਸਾਹਿਬ ਦਾ ਮਤਲਬ ਹੈ, ਜਦੋਂ ਉਹਨਾਂ ਗੁਰਮੁਖਾਂ ਕੋਲ ਜਾਂਦੇ ਹਾਂ, ਸਾਧੂ ਸੰਤਾਂ ਮਹਾਤਮਾ ਕੋਲ ਜਾਂਦੇ ਹਾਂ, ਉਹਨਾਂ ਦੇ ਨਾਲ ਉਹਨਾਂ ਦੀ ਭਗਤੀ ਔਰ ਪਿਆਰ ਦੇ ਜ਼ਰੀਏ ਸ਼ਬਦ ਔਰ ਨਾਮ ਦੀ ਕਮਾਈ ਕਰਦੇ ਹਾਂ, ਅਸੀਂ ਉਸੇ ਪਰਮਾਤਮਾ ਨੂੰ ਵਾਪਸ ਜਾ ਕੇ ਮਿਲ ਲੈਂਦੇ ਹਾਂ, ਜਿਸ ਨੂੰ ਅਸੀਂ ਕਦੇ ਅੱਖਾਂ ਨਾਲ ਪਹਿਲਾਂ ਦੇਖਿਆ ਨਹੀਂ ਹੈ। ਇਸ ਵਾਸਤੇ ਜਦੋਂ ਵੀ ਮਾਲਕ ਦੇ ਭਗਤੀ ਦੇ ਅੰਦਰ ਕਾਮਯਾਬ ਹੋ ਸਕਦੇ ਹਾਂ, ਗੁਰਮੁਖਾਂ ਦੇ ਜ਼ਰੀਏ ਹੋ ਸਕਦੇ ਹਾਂ, ਸਾਧੂ ਸੰਤਾਂ ਮਹਾਤਮਾ ਦੇ ਜ਼ਰੀਏ ਹੋ ਸਕਦੇ ਹਾਂ। ज्यों जल तरंग
उठे बहु भांति फिर सलले समाएंदा एक जातक मंगे दान द्वारे जहाँ प्रभ पावे ता कृपा तारे देहो दर्श जित मान तृप्ता से हर कीर्तन मन ठहराएंदा रूड़ो ठाकुर किते बस न आवे हर सो किछ करे जे हर किया संता पावे कीता लोड़न सोई करायन दर फेर न कोई पाएंदा जिथे घट आए बनत है प्राणी तिथे हर ध्याइए सारंग पानी जिथे पुत्र कलत्र ना बेली कोई तिथे हर आप छड़ाएंदा वड्डा साहिब अगम अथाह क्यों मिली है प्रभ वे परवाह काट सिलक जैसे मार्ग पाए सो विच संगत वासा पाएंदा हुक्म बुझे सो सेवक कहिए बुरा भला दोए समसर सहिए हम जाए ताए को बुझे सो गुरमुख सहज समाएंदा हर के भगत सदा सुखवासी बाल सभाए अतीत उदासी अलग रंग करे बहु भांति ज्यों सलले समाएंदा आगम गोचर कीमत नहीं पाई ता मिलिए जाले मिलाई गुरमुख प्रगट पाया तिन जन को जिन तोर मस्तक लेख लिखाएंदा तू आपे करता कारण करना श्रेष्ठ उपाय तरी सब तरना जन नानक शरण पया हर द्वार हर पावे लाद रखाएंदा जन नानक शरण पया हर द्वार हर पावे लाज रखाएंदा